ਕਾਮਰੇਡਾਂ ਨੇ ਉਸ ਵੇਲੇ ਇਹ ਮੰਤਰ ਫੂਕਿਆ ਕਿਸਾਨਾਂ ਦੇ ਅੱਖਾਂ 'ਚ, ਪਾਣੀ ਰੋਕ ਲਿਆ, ਉਹ 'ਚੋਂ ਬਿਜਲੀ ਕੱਢ ਲਈ, ਬਿਜਲੀ ਕੱਢ ਕੇ ਫੋਕਾ ਪਾਣੀ ਤੁਹਾਨੂੰ ਦੇ ਦਿੱਤਾ। ਹੁਣ ਤੁਸੀਂ ਦੱਸੋ ਮੂਰਖ ਜੱਟੋ, ਬਈ ਫੋਕੇ ਪਾਣੀ ਨਾਲ ਤੁਹਾਡੀਆਂ ਫਸਲਾਂ ਕਿੱਦਾਂ ਉਗਣ? ਸਾਰੇ ਸਿਆਸੀ ਮੁੱਦੇ ਜਿਹੜੇ ਉਠਾਏ ਜਾਂਦੇ ਆ ਜਨਤਾ ਨੂੰ ਭ੍ਰਮਿਤ ਕਰਨ ਲਈ ਤੇ ਜਨਤਾ ਨੂੰ ਉਤੇਜਿਤ ਕਰਨ ਵਾਸਤੇ, ਉਹਨਾਂ ਦੇ ਪਿੱਛੇ ਕੋਈ ਦਮ ਹੋਵੇ ਜ਼ਰੂਰੀ ਨਹੀਂ ਹੈ। ਗੁਰਦੁਆਰਾ ਲਹਿਰ ਜੋ ਚੱਲੀ ਸੀ, ਦੌਲਤ ਸਾਹਿਬ ਤੇ ਐਲੀਗੇਸ਼ਨ ਹੁੰਦਾ ਸੀ ਕਿ ਕਾਮਰੇਡ, ਤੇ ਉੱਥੇ ਦੇ ਨਾਲ ਦੇ ਪਿੰਡਾਂ ਦੇ ਨਾਂ ਤੇ ਬਣੀਆਂ ਹੋਈਆਂ ਜਥੇਬੰਦੀਆਂ ਘੱਟੋ ਘੱਟ 1000 ਹੋਣੀਆਂ, ਔਰ ਇੰਨੀਆਂ ਜਥੇਬੰਦੀਆਂ ਇਹ ਰਾਤੋਂ ਰਾਤ ਕਿੱਥੋਂ ਪੁੰਗ ਰਹੀਆਂ ਬਈ, ਕਿ ਜਿਹਨੂੰ ਮਿਲ ਗਿਆ ਉਹ ਤੋਂ ਸਾਰੇ ਨਫ਼ਰਤ ਕਰਦੇ ਆ, ਉਹਨੂੰ ਫਰਕ ਨਹੀਂ ਪੈਂਦਾ ਤੇ ਆਪ ਵੀ ਮੈਦਾਨ 'ਚ ਉਤਰੇ। ਕੁਝ ਕਾਰੋਬਾਰ ਦਾ ਕੰਮ ਹੈ, ਕੁਝ ਜੈਲਸੀ ਹੈ। ਤੇ ਮੰਨ ਲਓ ਜੇ ਕੇਂਦਰ ਨਾਲ ਵੀ ਵਿਗਾੜ ਲਈ, ਕਿਸਾਨ ਮੰਨੇ ਨਾ, ਉੱਥੇ ਬੈਠੇ ਰਹਿ ਗਏ ਤੇ ਕੈਪਟਨ ਸਾਹਿਬ ਕੀ ਮੂੰਹ ਲੈ ਕੇ ਚੱਲੇ। 23 ਆਈਟਮਾਂ ਨੇ ਜਿਨ੍ਹਾਂ ਦੇ ਉੱਪਰ MSP ਲਾਗੂ ਹੈ, ਲੇਕਿਨ ਇਹ ਨਵਾਂ ਕਾਨੂੰਨ ਜਿਹੜਾ ਲੈ ਕੇ ਆਏ ਨੇ ਉਹ ਸਿਰਫ ਚੌਲ ਔਰ ਕਣਕ ਨੂੰ ਹੀ ਪ੍ਰੋਟੈਕਸ਼ਨ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ, ਜਿਹੜਾ ਜੀ, ਬਾਕੀ ਹੈ ਨਹੀਂ ਉਹਦੇ ਵਿੱਚ। ਅਮੀਰ ਤੋਂ ਔਰ ਉਦਯੋਗਪਤੀ ਤੋਂ ਨਫ਼ਰਤ ਕਰਨਾ ਸਿਖਾਉਂਦੀ ਹੈ, ਉਹ ਹੀ ਕਾਮਰੇਡੀ ਬਣ ਸਕਦਾ। ਨਵੀਂ ਤਕਨੀਕ ਲਿਆਂਦੀ ਔਰ ਉਹਦੇ ਨਾਲ ਤੁਹਾਨੂੰ 1500 ਵਾਲੀ ਚੀਜ਼ 150 200 ਚ ਪ੍ਰੋਵਾਈਡ ਕਰਦੀ। ਕੀ ਗੁਨਾਹ ਕਰ ਲਿਆ? ਤੁਹਾਡੀ ਕਿੱਥੋਂ ਜੇਬ ਕੱਟ ਲਈ? ਸਵਾਲ ਇਹ ਨਹੀਂ ਹੈ, ਸਵਾਲ ਤੁਸੀਂ ਵੀ ਆਪਣੀਆਂ ਫੈਕਟਰੀਆਂ ਲਗਾਓ, ਤੁਸੀਂ ਕਿਉਂ ਆਪਣਾ ਮਾਲ ਮੰਡੀਆਂ ਛੱਡਦੇ ਹੋ? ਪੰਚਾਇਤ ਕਿਸਾਨੀ ਤੇ ਪੇਂਡੂ ਸੱਭਿਆਚਾਰ ਨੂੰ ਸਮਰਪਿਤ ਪੰਚਾਇਤਨਾਮਾ ਵਿੱਚ ਇੱਕ ਵਾਰ ਫਿਰ ਤੁਹਾਡਾ ਹਾਰਦਿਕ ਸਵਾਗਤ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ ਤੇ ਅੱਜ ਫਿਰ ਮੇਰੇ ਨਾਲ ਨੇ ਅਰਜੁਨ ਸ਼ਰਮਾ, ਸੰਪਾਦਕ ਪੰਚਾਇਤਨਾਮਾ। ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਪਹਿਲਾਂ ਤਾਂ ਜੀ। ਅੱਛਾ ਸ਼ਰਮਾ ਜੀ, ਜਿਵੇਂ ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ 3 ਜਿਹੜੇ ਕੇਂਦਰ ਦੇ ਐਕਟ ਆ ਉਹ ਰੱਦ ਕਰਕੇ ਤੇ ਇੱਕ ਨਵੇਂ ਜਿਹੜੇ ਕਾਨੂੰਨ ਆ ਉਹ ਕੁਝ ਪ੍ਰਬੰਧ ਕੀਤੇ ਗਏ ਨੇ, ਜਿਹਦੇ ਵਿੱਚ ਜਿਹੜਾ ਵਪਾਰੀ MSP ਤੋਂ ਘੱਟ ਕੀਮਤ ਉੱਤੇ ਪਰਚੇਜ਼ ਕਰਦਾ ਉਹਦੇ ਵਾਸਤੇ ਸਜ਼ਾ ਦਾ ਪ੍ਰਬੰਧ ਰੱਖ ਦਿੱਤਾ ਗਿਆ। ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀ ਰਣਨੀਤੀ, ਜਿਹੜੇ ਪ੍ਰਬੰਧ ਕੀਤੇ ਗਏ, ਇਹਨਾਂ ਦਾ ਜਿਹੜੀ ਪੰਜਾਬ ਦੇ ਵਿੱਚ ਖਰੀਦ ਪ੍ਰਕਿਰਿਆ ਆ ਕਿਸਾਨਾਂ ਦੀ MSP ਦੇ ਉੱਤੇ, ਉਹਦੇ ਉੱਤੇ ਕਿਹੋ ਜਿਹੇ ਅਸਰ ਰਹਿਣ ਵਾਲੇ ਨੇ? ਖਰੀਦ ਦੀ ਪ੍ਰਕਿਰਿਆ ਤੇ ਜਿਹੜੇ ਅਸਰ ਰਹਿਣਗੇ ਉਹ ਤਾਂ ਬਹੁਤ ਬਾਅਦ ਦੀ ਗੱਲ ਹੈ। ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡੀ ਸਮੱਸਿਆ ਸਾਹਮਣੇ ਜਿਹੜੀ ਹੈ ਉਹ ਕਿਸਾਨ ਅੰਦੋਲਨ ਹੈ। ਅੱਛਾ, ਕਿਸਾਨ ਅੰਦੋਲਨ ਜਿਹੜਾ ਹੈ ਉਹ ਸਭ ਵਾਸਤੇ ਬੜਾ ਇੱਕ ਔਖਾ ਟੀਚਾ ਬਣ ਚੁੱਕਾ ਹੈ ਜੀ ਕਿ ਇਹਨੂੰ ਕਿੱਦਾਂ ਫਤਿਹ ਕਰਨਾ। ਕਿਸਾਨ ਰੋਡ ਜਾਮ ਕਰੀ ਬੈਠਾ ਹੈ, ਖਾਸ ਤੌਰ ਤੇ ਟੋਲ ਪਲਾਜ਼ੇ ਜੀ ਔਰ ਰੇਲ ਟਰੈਕ। ਬਿਲਕੁਲ ਪੰਜਾਬ ਸਰਕਾਰ ਨੇ ਕੇਂਦਰ ਵੱਲੋਂ ਲਿਆਂਦੇ ਗਏ ਕਾਨੂੰਨਾਂ ਦੇ ਵਿਰੋਧ ਤਾਂ ਮਹੀਨਾ ਪਹਿਲਾਂ ਹੀ ਮਤੇ ਪਾ ਕੇ ਉਹਨਾਂ ਨੂੰ ਰੱਦ ਕਰ ਦਿੱਤਾ ਸੀ ਜੀ। ਕਿਸਾਨ ਨੇ ਉਸ ਚੀਜ਼ ਦਾ ਕੋਈ ਨੋਟਿਸ ਨਹੀਂ ਲਿਆ, ਕਿਸਾਨ ਉਹਦੀ ਡਟਿਆ ਰਿਹਾ ਜੀ। ਹੁਣ ਜਿਹੜੇ ਨਵੇਂ ਕਾਨੂੰਨ ਫਿਰ ਰੱਦ ਕਰਨ ਦੀ ਪ੍ਰਕਿਰਿਆ ਬਣਾ ਕੇ ਨਵੇਂ ਲੈ ਕੇ ਆਉਣ ਦੀ ਪ੍ਰਕਿਰਿਆ ਕੀਤੀ ਗਈ ਹੈ, ਉਹ 3 ਰਸਤੇ ਉਹਦੇ ਜਾਂਦੇ ਆ, 3 ਟਰੈਕ ਨਿਕਲਦੇ ਆ, ਉਹ ਇੱਕ ਟਰੈਕ ਵਾਲੀ ਚੀਜ਼ ਨਹੀਂ ਹੈ। ਪਹਿਲਾ ਟਰੈਕ ਜਾਂਦਾ ਕਿ ਕਿਸਾਨਾਂ ਨੂੰ ਸੈਟੀਸਫਾਈਡ ਕੀਤਾ ਜਾਏ ਜੀ, ਉਹਨਾਂ ਨੂੰ ਇਹ ਦੱਸਿਆ ਜਾਏ ਕਿ ਜੋ ਤੁਸੀਂ ਕੇਂਦਰ ਦੇ ਕਾਨੂੰਨ ਦੇ ਵਿੱਚ ਕਮੀਆਂ ਕੱਢਦੇ ਸੀ ਅਸੀਂ ਉਹ ਦੂਰ ਕਰ ਦਿੱਤੀਆਂ। ਹਾਂ ਬਿਲਕੁਲ, ਜਿਹੜੀਆਂ ਚੀਜ਼ਾਂ ਦੇ ਤੁਸੀਂ ਸ਼ੰਕੇ ਜ਼ਾਹਰ ਕਰਦੇ ਸੀ ਅਸੀਂ ਉਹਨਾਂ ਦਾ ਵੀ ਕੋਈ ਨਾ ਕੋਈ ਸਮਾਧਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਿਲਕੁਲ, ਪਰ ਜਲਦਬਾਜ਼ੀ ਵਿੱਚ ਬਣਾਇਆ ਜਿਹੜਾ ਕੜਾ ਹੈ ਨਾ, ਉਹ ਕਈ ਵਾਰੀ ਬੇਸਵਾਦਾ ਤਾਂ ਹੁੰਦਾ ਹੀ ਹੁੰਦਾ ਵਾ, ਸਿਹਤ ਲਈ ਵੀ ਘਾਤਕ ਹੋ ਜਾਂਦਾ। ਮਤਲਬ ਤੁਹਾਨੂੰ ਲੱਗਦਾ ਕਿ ਇਹ ਜਲਦਬਾਜ਼ੀ ਵਿੱਚ ਜਿਹੜੀ ਰਿੰਨੀ ਖੀਰ ਕਹਿ ਸਕਦੇ ਆ? ਮੈਂ ਕਿਹਾ ਜੀ ਜਲਦਬਾਜ਼ੀ ਤਾਂ ਇੰਨੀ ਜ਼ਿਆਦਾ ਸੀ ਕਿ ਇੱਕ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਵਾਲੇ ਵਿਧਾਨ ਸਭਾ ਦੇ ਬਾਅਦ ਧਰਨਾ ਦੇ ਕੇ ਬੈਠ ਗਏ ਕਿ ਜੀ ਕਾਪੀ ਦਿਓ ਕਾਪੀ ਦਿਓ ਕਾਪੀ ਦਿਓ। ਅਗਰ ਕੋਈ ਕਾਨੂੰਨ ਦਾ ਖਰੜਾ ਤਿਆਰ ਹੁੰਦਾ ਹੈ ਉਹਦੇ ਤੇ ਬੜੇ ਸਾਰੇ ਮਾਹਰ ਲੋਕਾਂ ਦਾ ਬਹੁਤ ਸਾਰੀਆਂ ਮੀਟਿੰਗਸ ਹੁੰਦੀਆਂ ਵਾ, ਉਹਨਾਂ ਦੇ ਅਲੱਗ-ਅਲੱਗ ਵਿਚਾਰ ਹੁੰਦੇ ਆ, ਉਹਨਾਂ ਵਿੱਚ ਜਿਹੜੀਆਂ ਸਹਿਮਤੀਆਂ ਬਣਦੀਆਂ ਉਹਨਾਂ ਦੇ ਉੱਪਰ ਚਰਚਾ ਹੁੰਦੀ ਹੈ। ਫਿਰ ਜਾ ਕੇ ਉਹਦੀ ਕਾਨੂੰਨੀ ਪੱਖ ਨੂੰ, ਉਹਦੇ ਆਰਥਿਕ ਪੱਖ ਨੂੰ, ਉਹਦੇ ਸਮਾਜਿਕ ਪੱਖ ਨੂੰ, ਉਹਦੇ ਦੇਸ਼ ਦੇ ਪ੍ਰਤੀ ਪੱਖ ਨੂੰ, ਕਈ ਚੀਜ਼ਾਂ ਨੂੰ ਦੇਖਣਾ ਪੈਂਦਾ ਹੈ। ਉਸ ਤੋਂ ਬਾਅਦ ਜਾ ਕੇ ਉਹ ਕਾਨੂੰਨ ਜਿਹੜਾ ਹੈ ਉਹ ਸਹੀ ਮਾਇਨੇ ਤਿਆਰ ਹੁੰਦਾ ਹੈ। ਪਰ ਇਹਨਾਂ ਨੇ ਐ ਸੋਚਿਆ ਕਿ ਫਟਾਫਟ ਖਿਚੜੀ ਬਣਾਓ ਤੇ ਸਾਹਮਣੇ ਲਗਾਓ। ਜਿਵੇਂ ਤੁਸੀਂ ਇੱਕ ਦਿਨ ਜਿਹੜਾ ਪਹਿਲਾਂ ਸੀ ਉਹ ਇਸ ਗੱਲ ਤੇ ਅੜ ਗਏ
ਕਿ ਅੱਜ ਹੀ ਕਿਉਂ ਨਹੀਂ ਸਾਨੂੰ ਖਰੜੇ ਦੇ ਰਹੇ, ਅੱਜ ਉਹਦੀ ਕਾਪੀ ਕਿਉਂ ਨਹੀਂ ਦੇ ਰਹੇ। ਔਰ ਤੁਸੀਂ ਜਿਹੜਾ ਇਸ਼ਾਰਾ ਕੀਤਾ ਜੀ ਪੰਡਿਤ ਜੀ, ਤੁਸੀਂ ਗੱਲ ਕੀਤੀ ਹੈ ਕਿ ਕਾਲੀ ਦੀ, ਕਿਉਂਕਿ ਪਹਿਲਾਂ ਇੱਕ ਪ੍ਰਕਿਰਿਆ ਹੁੰਦੀ ਉਹਦੇ ਚੋਂ ਲੰਘਣਾ ਪੈਂਦਾ। ਕੇਂਦਰ ਸਰਕਾਰ ਉਹਨਾਂ ਸਾਰੀ ਪ੍ਰਕਿਰਿਆ ਦੇ ਵਿੱਚੋਂ ਲਗਭਗ ਲੰਘੀ ਹੈ। ਸਿਰਫ ਇੱਕ ਕਿਸਾਨਾਂ ਨੂੰ ਸੀਗਾ ਕਿ ਕਿਸਾਨ ਜਿਹੜੀਆਂ ਜਥੇਬੰਦੀਆਂ ਆਮ ਕਿਸਾਨ ਹੈ ਉਹਨੂੰ ਕੌਨਫੀਡੈਂਸ 'ਚ ਨਹੀਂ ਲੈ ਗਿਆ। ਅੱਛਾ, ਤੁਸੀਂ ਕੀ ਸਮਝਦੇ ਆ ਕਿ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਕਿ ਜਿਹੜਾ ਉਹ ਕਾਨੂੰਨ ਆ ਜਿਹੜਾ ਕਿ ਉਹਨਾਂ ਨੇ ਵੀ ਜਲਦਬਾਜ਼ੀ ਕੀਤਾ, ਸਾਰੀਆਂ ਪਾਰਟੀਆਂ ਨੇ ਇਹ ਇੱਕ ਤਰੀਕੇ ਨਾਲ ਇਕੱਠੇ ਹੋ ਕੇ ਪਾਸ ਕੀਤਾ ਹੈ ਕਿ ਹਾਂਜੀ ਇਹ ਤੁਰੰਤ ਫਟਾਫਟ ਕਰਕੇ ਅੱਗੇ ਰੱਖ ਦਿਓ ਤਾਂ ਕਿ ਕਿਸਾਨ ਸੰਘਰਸ਼ ਲੱਗਦਾ ਕਿਤੇ ਨਾ ਕਿਤੇ ਖਤਮ ਕਰਨ ਦੇ ਰੌਂਹ 'ਚ ਸੀਗੇ, ਜਾਂ ਕੀ ਚੱਕਰ ਨਜ਼ਰ ਆਉਂਦੇ? ਅਸਲ ਦੇ ਵਿੱਚ ਹਰ ਬੰਦਾ ਕਿਸਾਨ ਦੇ ਕੋਲੋਂ ਕ੍ਰੈਡਿਟ ਲੈਣਾ ਚਾਹੁੰਦਾ ਜੀ, ਹਰ ਪਾਰਟੀ। ਹੁਣ ਸਮੱਸਿਆ ਇਹ ਹੋ ਗਈ ਕਿ ਪਰਸੋਂ ਤੱਕ ਇਹ ਇੱਕ ਦੂਜੇ ਨਾਲ ਲੜਦੇ ਪਏ ਸੀ ਇਸ ਗੱਲ ਕਰਕੇ ਕਿ ਤੁਸੀਂ ਕਾਪੀਆਂ ਨਹੀਂ ਦੇ ਰਹੇ, ਤੁਸੀਂ ਠੀਕ ਨਹੀਂ ਕਰ ਰਹੇ, ਤੁਸੀਂ ਪਲਾਨ ਨਹੀਂ ਚਮਕਾ ਰਹੇ। ਕੱਲ ਜਦੋਂ ਕਾਪੀਆਂ ਆ ਗਈਆਂ ਸਭ ਨੇ ਹੱਥ ਖੜੇ ਕਰਕੇ ਕਹਿੰਦਾ ਓਕੇ ਜੀ ਡਨ, ਵਧੀਆ। ਮਤਲਬ ਕਿਸਾਨ ਦੀ ਨਜ਼ਰ ਵਿੱਚ ਇਹ ਨੰਬਰ, ਕਿਸਾਨ ਦੀ ਨਜ਼ਰ 'ਚ ਹਰ ਪਾਰਟੀ ਨੰਬਰ ਬਣਾ ਰਹੀ ਹੈ। ਕਾਂਗਰਸ ਨੰਬਰ ਇਹ ਬਣਾ ਰਹੀ ਹੈ ਕਿ ਅਸੀਂ ਦੇਖੋ ਜੀ ਕੇਂਦਰ ਦੇ ਕਾਨੂੰਨ ਰੱਦ ਕਰ ਦਿੱਤੇ, ਬਗਾਵਤ ਕਰਤੀ ਅਸੀਂ, ਕਾਲੇ ਕਾਨੂੰਨ ਦੱਸੇ, ਕਾਲੇ ਕਾਨੂੰਨ ਦੱਸ ਕੇ ਰੱਦ ਕਰਤੇ, ਅਸੀਂ ਨਵੇਂ ਕਾਨੂੰਨ ਦੇ ਬਦਲ 'ਚ ਲੈ ਕੇ ਆਏ। ਅੱਛਾ, ਨਵੇਂ ਕਾਨੂੰਨ ਹੈ ਜਾਂ ਉਹਨਾਂ ਦੇ ਵਿੱਚ ਹੀ ਕੁਝ ਦੇਖ ਕੇ ਅਮੈਂਡਮੈਂਟ ਹੈ ਉਹਦੇ ਨਾਲ ਉਹ ਸੈਟੀਸਫੈਕਸ਼ਨ ਕਰਾਉਣ ਲਈ ਕੁਝ ਇਦਾਂ ਦੀਆਂ ਮਦਾਂ ਲਿਆਈਆਂ ਗਈਆਂ ਜਿਹੜੀਆਂ ਉਹਨਾਂ ਵਿੱਚ ਸੈਟੀਸਫੈਕਟਰੀ ਨਹੀਂ ਸੀ ਲੱਗਦੀਆਂ ਪਈਆਂ, ਉਹਨਾਂ ਨੂੰ ਥੋੜਾ ਵਿਸਤਾਰ ਦੇ ਕੇ ਥੋੜਾ ਹੋਰ ਖੋਲ ਕੇ ਉਹ ਜਮਾ ਘਟਾਓ ਕੀਤੀ ਸਿਆਸੀ ਔਰ ਲਾਤਾ। ਪਹਿਲਾ ਰਸਤਾ ਤੇ ਕਿਸਾਨ ਨੂੰ ਸੈਟੀਸਫਾਈ ਕਰਨਾ ਵੀ ਕਿਸਾਨ ਕਿਸੇ ਤਰੀਕੇ ਨਾਲ ਕਿਰਪਾ ਕਰਦੇ ਵੀ ਠੀਕ ਹੈ ਜੀ। ਕੈਪਟਨ ਸਾਹਿਬ ਨੇ ਤੇ ਬੱਲੇ ਬੱਲੇ ਕਰਾਤੀ, ਆਮ ਆਦਮੀ ਪਾਰਟੀ ਵੀ ਨਾਲ ਖੜੀ ਹੋ ਗਈ, ਅਕਾਲੀ ਵੀ ਨਾਲ ਖੜੇ ਹੋ ਗਏ, ਬੈਂਸ ਭਰਾਵਾਂ ਨੇ ਵੀ ਬੱਲੇ ਬੱਲੇ ਕਰਾਤੀ। ਸਿਰਫ ਬੀਜੇਪੀ ਦੇ 2 ਬੰਦੇ ਰਹਿ ਗਏ 117 ਦੀ ਅਸੈਂਬਲੀ ਚੋਂ 115 ਬੰਦੇ ਜਿਹੜੇ ਆ ਉਹ ਦਿੱਲੀ ਜਾਣ ਨੂੰ ਤਿਆਰ ਹੈ ਰਾਸ਼ਟਰਪਤੀ ਨੂੰ ਮਿਲਣ ਜੀ। ਇਹ ਇੱਕ ਮੈਸੇਜ ਦੇਣ ਦੀ ਕੋਸ਼ਿਸ਼। ਦੂਜੀ ਗੱਲ ਜਿਹੜੀ ਹੈ, ਇੱਕ ਤਾਂ ਇਹ ਹੋ ਗਈ ਜੀ, ਦੂਜੀ ਗੱਲ ਇਹ ਹੈ ਕਿ ਕਰਨ ਵਾਲੀ ਧਿਰ ਨੂੰ ਇਹ ਪਤਾ ਹੈ ਕਿ ਇਸ ਵੇਲੇ ਮਸਲਾ ਬੜਾ ਗਰਮ ਹੈ। ਇਹ ਕਾਨੂੰਨ ਰੱਦ ਕਰਨ ਵਾਲੀ ਧਿਰ ਜਿਹੜੀ ਕਾਂਗਰਸ ਹੈ ਜੀ, ਕਾਂਗਰਸ ਨੂੰ ਪਤਾ ਹੈ ਕਿ ਮਸਲਾ ਗਰਮ ਬਹੁਤ ਹੈ, ਸਾਡੀ ਕਾਰਗੁਜ਼ਾਰੀ ਬਹੁਤੀ ਵਧੀਆ ਰਹੀ ਨਹੀਂ। ਅਸੀਂ ਨੌਕਰੀਆਂ ਦੇ ਵਾਅਦੇ ਕੀਤੇ ਸੀ, ਅਸੀਂ ਚਿੱਟਾ ਖਤਮ ਕਰਨ ਦੇ ਵਾਅਦੇ ਕੀਤੇ ਸੀ, ਨਸ਼ੇ ਖਤਮ ਕਰਨ ਦੇ ਵਾਅਦੇ ਕੀਤੇ ਸੀ, ਅਸੀਂ ਮੋਬਾਈਲ ਲੋਕਾਂ ਨੂੰ ਦੇਣ ਦੇ ਵਾਅਦੇ ਕੀਤੇ ਸੀ, ਬੜੇ ਵਾਅਦੇ ਕੀਤੇ ਸੀ, ਪੂਰਾ ਕੋਈ ਨਹੀਂ ਕੀਤਾ। ਸਵਾ ਸਾਲ ਸਾਰਾ ਇਲੈਕਸ਼ਨ 'ਚ ਰਹਿ ਗਿਆ। ਇਸ ਵੇਲੇ ਮਾਹੌਲ ਬਣਿਆ ਪਿਆ, ਭਖਿਆ ਪਿਆ। ਜੇ ਕਿਤੇ ਅਸੀਂ ਇਸ ਵੇਲੇ ਇਦਾਂ ਦਾ ਕੰਮ ਕਰੀਏ ਜਿਹਦਾ ਇਹ ਮੈਸੇਜ ਆਵੇ ਕਿ ਇਹਨਾਂ ਨੇ ਆਪਣੀ ਪਾਰਟੀ ਨੂੰ ਦਾਅ ਤੇ ਲਾ ਕੇ ਤੇ ਚੱਕ ਦਾ ਕੰਮ ਕਿਸਾਨ ਦੀ ਬੱਲੇ ਬੱਲੇ ਕਰਾਤੀ ਹੈ। ਹੁਣ ਸਵਾਲ ਇਹ ਇੱਥੇ ਉੱਠਦਾ ਹੈ ਕਿ ਜੇ ਕਿਸਾਨ ਸੈਟੀਸਫਾਈ ਹੋ ਜਾਏ ਪਰ ਕੇਂਦਰ ਸਰਕਾਰ ਜਿਹੜੀ ਹੈ ਉਹ ਕਿੱਦਾਂ ਸੈਟੀਸਫਾਈ ਹੋਏਗੀ? ਅਸਲ 'ਚ ਇਹ ਦੇਸ਼ ਦਾ ਜਿਹੜਾ ਢਾਂਚਾ ਹੈ ਕੇਂਦਰ ਦੇ ਅਧੀਨ ਹੀ ਰਾਜ ਪ੍ਰਬੰਧ ਚੱਲਦੇ ਆ। ਰਾਜ ਪ੍ਰਬੰਧਾਂ ਨੂੰ ਅਲੱਗ ਤੋਂ ਆਪਣੀ ਮਨਮਾਨੀ ਕਰਨ ਦੀ ਜਾਂ ਆਪਣੇ ਆਪ ਉਦਰੀ ਕਰਨ ਦੀ ਜਿਹੜੀ ਹੈ ਉਹ ਕੋਈ ਆਗਿਆ ਨਹੀਂ ਹੈ ਜੀ। ਹੁਣ ਪ੍ਰਕਿਰਿਆ ਕੀ ਹੈ ਜੀ? ਇਹ ਕਾਨੂੰਨਾਂ ਦਾ ਖਰੜਾ ਬਣ ਗਿਆ, ਵਿਧਾਨ ਸਭਾ ਨੇ ਮੋਹਰ ਲਾਤੀ, ਹੁਣ ਜਾਏਗਾ ਗਵਰਨਰ ਕੋਲ ਜੀ। ਗਵਰਨਰ ਕੇਂਦਰ ਸਰਕਾਰ ਦਾ ਪ੍ਰਤੀਨਿਧੀ ਹੈ, ਉਹ ਕੀ ਪੈਨ ਹੱਥ 'ਚ ਫੜ ਕੇ ਬੈਠਾ ਕਿ ਲਿਆਓ ਜੀ ਸਾਈਨ ਕਰਦਾ। ਉਹ ਉੱਥੇ ਪ੍ਰਕਿਰਿਆ ਦੇ ਵਿੱਚ ਉਹ ਲੈ ਲੈਣਗੇ ਕਾਗਜ਼, ਲੈ ਲਓ ਜੀ, ਦੇ ਜਾਓ, ਜਾਂਚ ਲੈਂਦੇ ਆ, ਵਿਚਾਰ ਕਰ ਲੈਂਦੇ ਆ ਜੀ। ਉਹ ਜ਼ਾਹਿਰ ਹੈ ਕਿ ਉਹ ਜਾਂਚਣ ਵਾਸਤੇ ਦਿੱਲੀ ਭੇਜਣਗੇ। ਦਿੱਲੀ ਉਹਨੂੰ 2 ਹਫ਼ਤੇ ਲੱਗਦੇ ਆ, 2 ਮਹੀਨੇ ਲੱਗਦੇ, 2 ਸਾਲ ਲੱਗਦੇ, ਕੋਈ ਪਤਾ ਨਹੀਂ। ਤੇ ਜੇ ਕਿਤੇ ਇੱਥੇ ਜੋ ਸੋਚਿਆ ਗਿਆ ਕਾਂਗਰਸ ਪਾਰਟੀ ਵੱਲੋਂ ਜੋ ਇਹ ਐਕਸ਼ਨ ਲਿਆ ਗਿਆ, ਉਹ ਸੋਚਿਆ ਗਿਆ ਕਿ ਅਗਰ ਇਹਨੂੰ ਬਗਾਵਤ ਮੰਨ ਕੇ, ਇਸ ਚੀਜ਼ ਨੂੰ ਇਹ ਮੰਨ ਕੇ ਕਿ ਕੇਂਦਰ ਨੇ ਪੂਰੇ ਦੇਸ਼ ਲਈ ਕਾਨੂੰਨ ਲੈ ਕੇ ਆਉਂਦੇ ਆ, ਇੱਕ ਸਟੇਟ ਉੱਠ ਕੇ ਵਿੱਚੋਂ ਬਾਗੀ ਹੋ ਜਾਏ और बागी हो गए उन्हें मेरे सारे बने बनाए कानून रद्द करके अपनी डफली भी आती है तो शायद वो साडी सरकार ही बर्खास्त कर दे, राजपाल का शासन लग जाए जी। राजपाल का शासन लगेगा तो उस तो बाद इलेक्शन कराने पैणगे स्टेट। इलेक्शन वास्ते ऐसे तैयार कौन कौन है? अकाली दल साख गवाई बैठा है। अकाली दल नूं किसान भी ते सिख भी चिमटी लानी चूंड लिया जी। कांग्रेस ने कब किया कख नहीं, ठीक है जी। और तीजी गल आम आदमी पार्टी ने हले अपना जिहड़ा पार्टी का स्ट्रक्चर हुंदा ना, प्रधान सैकटरी फलाना वो भी तैयार नहीं किया, ठीक है जी। बीजेपी की हालत है कि इन्हां दे लीडरां दी जो वर्किंग है ਉਹਦੇ ਤੇ ਆਬਜੈਕਸ਼ਨ ਇੰਨਾ ਕੁ ਲੱਗ ਰਿਹਾ ਹੈ, ਉਹ ਇਦਾਂ ਨਜ਼ਰ ਆਉਂਦਾ ਕਿ ਸੋਸ਼ਲ ਆਬਜੈਕਸ਼ਨ ਹੈ। ਹਾਲਾਂਕਿ ਇਹਦੇ ਕਾਰਨ ਆਪਾਂ ਉਹ ਵੀ ਡਿਸਕਸ ਕਰਾਂਗੇ, ਉਹਦੇ ਪਿੱਛੇ ਵੀ ਕਾਰਨ ਹੈਗਾ ਜੀ। ਪਰ
ਉਹਨਾਂ ਦਾ ਫਿਲਹਾਲ ਤੇ ਪਿੰਡਾਂ 'ਚ ਅੰਦਰ ਜਾਣਾ ਬਾਣਾ ਜਾਂ ਕਿਤੇ ਪੋਲੀਟੀਕਲੀ ਮੂਵ ਕਰਨਾ ਹੀ ਉਹਨਾਂ ਨੇ ਮੁਸ਼ਕਿਲ ਕੀਤਾ ਹੋਇਆ। ਐਸੇ ਹਾਲਾਤ 'ਚ ਜਦੋਂ ਕਾਂਗਰਸ ਬਲੀ ਆਪਣੀ ਦਿੰਦੀ ਹੈ, ਸਰਕਾਰ ਦੀ ਬਲੀ ਦਿੰਦੀ ਹੈ ਕਿ ਲੋ ਜੀ ਕੇਂਦਰ ਸਾਹਮਣੇ ਅਸੀਂ ਝੁਕੇ ਨਹੀਂ, ਅਸੀਂ ਤਾਂ ਫੱਟੇ ਚੱਕਦੇ, ਤੇ ਉਹਨਾਂ ਨੂੰ ਲੱਗਦਾ ਵਾ ਕਿ ਇਸ ਹਾਲਾਤ 'ਚ ਅਗਰ ਕੇਂਦਰ ਬਰਖਾਸਤ ਕਰ ਦਿੰਦਾ ਹੈ ਤੇ ਸਾਡੇ ਵਾਸਤੇ ਬਹੁਤ ਜ਼ਿਆਦਾ ਵਧੀਆ ਹੋ ਜਾਏਗਾ, ਪੋਲੀਟੀਕਲੀ ਅਸੀਂ ਫਿਰ ਤੋਂ ਸਰਕਾਰ ਬਣਾਉਣ ਦੀ। ਪਰ ਵੈਸੇ ਇੱਕ ਚੀਜ਼ ਇੱਥੇ ਚੇਂਜ ਆਉਂਦੀ ਆ, ਠੀਕ ਹੈ, ਜਿਸ ਤਰ੍ਹਾਂ ਕਾਂਗਰਸ ਦਾ ਰਾਜ ਅੱਜ ਤੱਕ ਚੱਲਦਾ ਰਿਹਾ, ਕੇਂਦਰ ਸਰਕਾਰਾਂ ਕਰਦੀਆਂ ਰਹੀਆਂ, ਇਹ ਇਸ ਤਰ੍ਹਾਂ ਦਾ ਮਾਹੌਲ ਰਿਹਾ। ਤੁਹਾਨੂੰ ਕੀ ਲੱਗਦਾ ਕਿ ਜੇ ਮੋਦੀ ਸਰਕਾਰ ਦੀ ਜਿਹੜੀ ਹੁਣ ਤੱਕ ਰਣਨੀਤੀ ਹੈ, ਜਿਸ ਤਰ੍ਹਾਂ ਜੇ ਆਪਾਂ ਕਹਿ ਸਕਦੇ ਬੀਜੇਪੀ ਜਿਸ ਥੰਮੇ ਦੇ ਨਾਲ ਜਿਹੜੀ ਆ ਉਹ ਕੰਮ ਕਰਨ ਦੀ ਲਈ ਜਾਣੀ ਜਾਂਦੀ ਹੈ, ਤੁਹਾਨੂੰ ਕੀ ਲੱਗਦਾ ਕਿ ਉਹ ਇਹੀ ਜਿਹੀ ਕੋਈ ਕਾਰਵਾਈ ਜਿਹੜੀ ਹੈ ਸਰਕਾਰ ਨੂੰ ਬਰਖਾਸਤ ਕਰਨ ਦੀ, ਤੇ ਤੁਹਾਨੂੰ ਕੀ ਲੱਗਦਾ ਉਹਦੇ ਲਈ ਕਾਹਲੀ ਵਰਤ ਸਕਦੀ ਹੈ? ਦੇਖੋ ਥਿੰਕ ਟੈਂਕ ਤੇ ਉਹਨਾਂ ਕੋਲ ਵੀ ਬਹੁਤ ਨੇ, ਵਿਚਾਰ ਕਰਨ ਵਾਲੀਆਂ ਖੋਪੜੀਆਂ ਉਧਰ ਵੀ ਬਹੁਤ ਹੈਗੀਆਂ, ਤੇ ਇਹ ਰਾਜਪਾਲ ਦੀ ਰਿਪੋਰਟ ਤੇ ਡਿਪੈਂਡ ਕਰਦਾ। ਜੇ ਰਾਜਪਾਲ ਇਹ ਰਿਪੋਰਟ ਦੇ ਦੇਵੇ ਕਿ ਇਹ ਬਗਾਵਤ ਹੈ ਤੇ ਫਿਰ ਸਰਕਾਰ ਨੂੰ ਸੱਚ ਦਬਾਉਣਾ ਪਏਗਾ। ਸਰਕਾਰ ਸੱਚ ਦਬਾਏਗੀ ਤੇ ਸਰਕਾਰ ਬਰਖਾਸਤ ਕਰਕੇ ਤੇ ਰਾਸ਼ਟਰਪਤੀ। ਚਲੋ ਇਹ ਹੋ ਗਿਆ ਜੀ ਉਹਨਾਂ ਦੇ ਸਿਆਸੀ ਕਾਰਨ, ਇਹ ਆਪਸ ਵਿੱਚ ਇਹ ਸਿਆਸਤ ਚੱਲਦੀ ਹੈ ਅਸਲ ਦੇ ਵਿੱਚ। ਇਹ ਸਾਰਾ ਕੁਝ ਸਿਆਸਤ ਦੇ ਬੇਸ ਤੇ ਚੱਲ ਰਿਹਾ। ਹੁਣ ਤੁਸੀਂ ਆਓ, ਪਰਸੋਂ ਮਾਸਟਰ ਮੋਹਨ ਲਾਲ ਜੀ ਦੇ ਨਾਲ ਸੀ ਔਰ ਉਹਨਾਂ ਦੀ ਮੈਂ ਇੰਟਰਵਿਊ ਕੀਤੀ। ਬੜੇ ਵਿਦਵਾਨ, ਬੜੇ ਸੀਜ਼ਨਡ ਪੋਲੀਟੀਸ਼ੀਅਨ ਨੇ, ਔਰ ਉਹਨਾਂ ਦੇ ਕੋਲ ਥਾਟ ਸਟਰਕਚਰ ਆਪਣਾ, ਹਰ ਚੀਜ਼ ਦਾ ਨਜ਼ਰੀਆ ਆਪਣਾ। ਉਹਨਾਂ ਨੂੰ ਮੈਂ ਜਦੋਂ ਇਹ ਗੱਲ ਕੈਜੂਅਲੀ ਸ਼ੁਰੂ ਕੀਤੀ ਨਾ ਰਿਕਾਰਡਿੰਗ ਤੋਂ ਪਹਿਲਾਂ, ਅੱਛਾ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਜਿਹੜੀ ਕਮਿਊਨਿਸਟ ਲੌਬੀ ਹੈ ਨਾ, ਕਾਮਰੇਡ ਜਿਹਨੂੰ ਕਹਿੰਦੇ ਆ, ਜੀ ਜੀ, ਇਹ ਪੂਰੇ ਦੇਸ਼ 'ਚ ਮਾਰ ਖਾ ਚੁੱਕੇ ਹੈ। ਇਹਨਾਂ ਨੂੰ ਵੋਟਾਂ ਨਾਲ ਲੋਕਾਂ ਨੇ ਨਕਾਰਤਾ ਹੈ, ਲੇਕਿਨ ਇਹ ਪੰਜਾਬ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਦੇ ਨਹੀਂ, ਸ਼ੁਰੂ ਤੋਂ ਇਹਨਾਂ ਦਾ ਜਿਹੜਾ ਖੁੰਡਾ ਹੈ ਨਾ ਉਹ ਵਿੱਚ ਅੜਿਆ ਹੋਇਆ। ਅੱਛਾ, ਮਤਲਬ ਡਾਇਰੈਕਟ ਤੇ ਕਾਮਯਾਬ ਨਹੀਂ ਹੈ ਸਿਆਸੀ ਤੌਰ ਤੇ। ਮੈਨੂੰ ਸਮਝ ਨਹੀਂ ਆਈ ਤੁਹਾਡੀ ਗੱਲ ਦੀ ਵੀ ਕਿੱਥੇ ਕਾਮਰੇਡ ਦਾ ਤਾਂ ਇੱਕ ਵੀ ਐਮਐਲਏ ਉਹਨਾਂ ਦਾ ਨਹੀਂ ਹੈਗਾ। ਕਹਿੰਦੇ ਨਹੀਂ, ਇੱਥੇ ਤੁਸੀਂ ਗਲਤੀ ਕਰ ਰਹੇ। ਅੱਛਾ, ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਉਹ ਲੋਕ ਹੈ ਜਿਹੜੇ ਇਸ ਸਟੇਟ ਦੀ ਸਭ ਤੋਂ ਵੱਡੀ ਲੌਬੀ ਜਿਹੜੀ ਕਿਸਾਨ ਹੈ ਨਾ, ਉਹਦੀ ਨਬਜ਼ ਇਹ ਸਭ ਤੋਂ ਜ਼ਿਆਦਾ ਪਛਾਣਦੇ ਆ। ਅੱਛਾ, ਔਰ ਇਹ ਉਹਨੂੰ ਨਬਜ਼ ਦਬਾ ਕੇ ਇੰਨਾ ਯੂਜ਼ ਕਰਨ ਦੇ ਐਕਸਪਰਟ ਨੇ ਕਿ ਤੁਸੀਂ ਕਦੀ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਖੇਲ ਹੋ ਕੀ ਰਿਹਾ, ਇਹਦੇ ਪਿੱਛੇ ਕੌਣ ਖੇਲ ਖੇਲਦਾ ਪਿਆ। ਅੱਛਾ, ਪਰ ਬੰਦੇ ਨੂੰ ਲੱਗਦਾ ਮੈਂ ਖੇਡ ਰਿਹਾ, ਪਰ ਉਹਦੇ ਅੰਦਰ ਹੋਰ ਉਹਨੇ ਮਜ਼ੇਦਾਰ ਐਗਜ਼ਾਮਪਲ ਦਿੱਤੀ। ਅੱਛਾ, ਮਤਲਬ ਥਾਣੇਦਾਰ, ਮਤਲਬ ਵਿੱਚ ਕੋਈ ਥਾਣੇਦਾਰ ਬੋਲਦਾ ਹੁੰਦਾ। ਹਾਂ, ਓਕੇ, ਠੀਕ ਹੈ। ਉਹਨਾਂ ਨੇ ਕਿਹਾ ਕਿ ਜਦੋਂ ਪੰਡਿਤ ਨਹਿਰੂ ਨੇ ਇੱਕ ਸੁਪਨਾ ਦੇਖਿਆ ਔਰ ਭਾਖੜਾ ਡੈਮ ਜਿਹੜਾ ਸੀ ਉਹ ਤਿਆਰ ਹੋ ਗਿਆ, ਔਰ ਉਹ ਚੋਂ ਬਿਜਲੀ ਪੈਦਾ ਹੋਣ ਲੱਗੀ, ਔਰ ਉਹਦੇ ਨਾਲ ਦੂਜਾ ਫਾਇਦਾ ਸਭ ਤੋਂ ਵੱਡਾ ਇਹ ਸੀ ਕਿ ਜਿਹੜਾ ਪਾਣੀ ਸੀ ਨਾ, ਜੀ ਜੀ, ਉਹ ਸਿੱਧਾ ਆਉਂਦਾ ਸੀ। ਜਦੋਂ ਦੇ ਪਿੱਛੇ ਵੱਧ ਬਾਰਿਸ਼ ਹੋ ਜਾਂਦੀ ਸੀ, ਉਹ ਅੱਗੇ ਬਾੜ ਲੈ ਜਾਂਦਾ ਸੀ ਜੀ। ਜਦੋਂ ਉੱਥੇ ਪਿੱਛੇ ਘੱਟ ਬਾਰਿਸ਼ ਹੁੰਦੀ ਸੀ ਤੇ ਅੱਗੇ ਪਾਣੀ ਨਹੀਂ ਜਾਂਦਾ, ਸੋਕਾ ਪੈ ਜਾਂਦਾ ਸੀ। ਔਰ ਦੋਨਾਂ ਪਰਿਸਥਿਤੀਆਂ ਦੇ ਵਿੱਚ ਮਤਲਬ ਕਿ ਲਗਭਗ 6 ਮਹੀਨੇ ਸੋਕਾ, 6 ਮਹੀਨੇ ਹੜ੍ਹ, ਇਦਾਂ ਦੇ ਹਾਲਾਤ ਸੀ। ਬੰਨ ਬਣਨ ਦੇ ਨਾਲ ਉਹ ਪਾਣੀ ਸਾਡੇ ਕੰਟਰੋਲ 'ਚ ਹੋ ਗਿਆ। ਜਦੋਂ ਜਿੰਨਾ ਚਾਹੀਦਾ ਉਹਨਾਂ ਹੀ ਖੋਲ ਲਈਦਾ, ਉਹਨਾਂ ਯੂਜ਼ ਕਰ ਲਈਦਾ। ਨਾ ਉੱਥੇ ਹੁਣ ਹੜ੍ਹ ਆਣੇ ਆ, ਨਾ ਉੱਥੇ ਸੋਕੇ ਪੈਣੇ ਆ। ਤੇ ਪੰਡਿਤ ਨਹਿਰੂ ਨੇ ਸੋਚਿਆ ਸੀ ਕਿ ਮੈਂ ਇਹੋ ਜਿਹਾ ਮਾਸਟਰ ਸਟ੍ਰੋਕ ਖੇਡਿਆ ਹੈ ਕਿ ਇਹਦੇ ਨਾਲ ਦੇਸ਼ ਦਾ ਬੱਚਾ ਜਿਹੜਾ ਵਾ ਉਹ ਅਸ਼ ਕਰ ਉੱਠੇਗਾ। ਪਰ ਉਸ ਵੇਲੇ ਕਿਸਾਨ ਇਸੇ ਤਰੀਕੇ ਨਾਲ ਲੱਟ ਹੋ ਗਏ। ਪਰ ਪੰਜਾਬ ਦੇ ਵਿੱਚ ਹੀ ਹੋਇਆ ਸੀ ਉਹਦਾ? ਹਾਂਜੀ ਹਾਂਜੀ ਜੀ, ਉਸ ਵੇਲੇ ਪੰਜਾਬ ਜੁਆਇੰਟ ਸੀ ਨਾ। ਹਾਂ ਹਾਂ, ਕਾਮਰੇਡਾਂ ਨੇ ਉਸ ਵੇਲੇ ਇਹ ਮੰਤਰ ਫੂਕਿਆ ਕਿਸਾਨਾਂ ਦੇ ਕੰਨਾਂ 'ਚ ਕਿ ਉਹ ਭੋਲਿਓ ਜੱਟੋ, ਉਹ ਤੁਸੀਂ ਕਿੱਥੇ ਫਸ ਗਏ। ਉਹ ਨਹਿਰੂ ਪੰਡਿਤ ਬੜਾ ਸ਼ੈਤਾਨ ਹੈ, ਉਹਨੇ ਬੜੀ ਸਕੀਮ ਲਾਈ ਹੈ ਤੁਹਾਨੂੰ ਨਲਾਇਕ ਔਰ ਕਮਜ਼ੋਰ ਕਰਨ ਦੀ। ਪਾਣੀ ਰੋਕ ਲਿਆ, ਉਹ ਚੋਂ ਬਿਜਲੀ ਕੱਢ ਲਈ, ਬਿਜਲੀ ਕੱਢ ਕੇ ਫੋਕਾ ਪਾਣੀ ਤੁਹਾਨੂੰ ਦੇ ਦਿੱਤਾ। ਹੁਣ ਤੁਸੀਂ ਦੱਸੋ ਮੂਰਖ ਜੱਟੋ, ਬਈ ਫੋਕੇ ਪਾਣੀ ਨਾਲ ਤੁਹਾਡੀਆਂ ਫਸਲਾਂ ਕਿੱਦਾਂ ਉਗਣਗੀਆਂ? ਮਤਲਬ ਇਹ ਉਸ ਵੇਲੇ ਜਿਹੜੀਆਂ ਖੱਬੇ ਪੱਖੀ ਤਰ੍ਹਾਂ ਦਾ ਪ੍ਰਚਾਰ। ਹਾਂ, ਔਰ ਇਹ ਪ੍ਰਭਾਵ ਇੰਨਾ ਜ਼ਿਆਦਾ ਹੋਇਆ ਇਸ ਪ੍ਰਚਾਰ ਦਾ, ਇੰਨਾ ਜ਼ਿਆਦਾ ਪ੍ਰਚਾਰ ਹੋਇਆ ਕਿ ਕਿਸਾਨ ਨੇ ਬਿਨਾਂ ਦਿਮਾਗ ਲਗਾਏ, ਬਿਨਾਂ ਸੋਚੇ ਸਮਝੇ ਇਸ ਚੀਜ਼ ਲਈ ਅੰਦੋਲਨ ਕਰ ਦਿੱਤਾ। ਔਰ ਨਹਿਰੂ, ਇਸ ਪੰਡਿਤ ਨਹਿਰੂ ਇਹ ਸੋਚ ਕੇ ਹੈਰਾਨ ਹੋ ਗਏ, ਪਰੇਸ਼ਾਨ ਹੋ ਗਏ ਕਿ ਮੈਂ ਤਾਂ ਇਹਨਾਂ ਕਿਸਾਨਾਂ ਨੂੰ ਉਹ ਤੋਹਫਾ ਦਿੱਤਾ ਹੈ ਕਿ ਇਹਨਾਂ ਦੇ ਹਰ ਘਰ ਦੇ ਅੱਗੋਂ ਦੀ ਪਾਣੀ ਦੀ ਲੱਗਦਾ ਸੀ ਕੱਛਾਂ ਵਜਾਉਂਦੇ ਜਾਣਗੇ ਵੀ ਹਾਂ ਵੀ ਬਹੁਤ ਵਧੀਆ ਕੀਤਾ। ਬਈ ਇਹ ਤਾਂ ਧੰਨਵਾਦ ਕਰਨੇ ਚਾਹੀਦੇ ਸੀ, ਭੰਗੜੇ ਪਾ ਕੇ ਮੈਨੂੰ ਵਧਾਈ ਦੇਣ ਆਉਂਦੇ, ਤੇ ਇਹ ਤਾਂ ਮੇਰੀ ਮੁਰਦਾਬਾਦ ਕਰਦੇ ਪਏ। ਉਸ ਤੋਂ ਬਾਅਦ 2 ਸਾਲ ਲੱਗੇ, ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੀ ਡਿਊਟੀ ਲਗਾਈ ਗਈ
ਔਰ ਉਸ ਕੰਮ ਨੂੰ ਹੈਂਡਲ ਕਰਨ ਲਈ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਬਹੁਤ ਸਾਰੀਆਂ ਭਰਤੀਆਂ ਕੀਤੀਆਂ ਗਈਆਂ। ਉਹਨਾਂ ਨੇ ਵੀਡੀਓ ਬਣਾਈਆਂ ਉਸ ਟਾਈਮ ਦੀਆਂ, ਉਹ ਜਿਹੜੀਆਂ ਪਰਦੇ ਦੇ ਉੱਪਰ ਆ ਕੇ ਲਗਾ ਕੇ, ਤੇ ਇਹ ਪਾਣੀ ਆ ਗਿਆ, ਇਹਦੇ ਵਿੱਚੋਂ ਕੁਝ ਨਹੀਂ ਨਿਕਲ ਰਿਹਾ, ਇਹਨੇ ਗੇੜਾ ਦੇ ਕੇ ਇਹ ਟਰਬਾਈਨ ਘਮਾਤੀ, ਉਹ ਪਾਣੀ ਥੱਲੇ ਚਲਾ ਗਿਆ, ਉਹ ਆ ਦੇਖੋ ਜਾ ਰਿਹਾ, ਇਹ ਤੋਂ ਕੁਝ ਨਹੀਂ ਕੱਢਿਆ, ਦੇਖੋ ਕਿੱਥੋਂ ਕੱਢਿਆ। ਇੰਨੀ ਤਕਨੀਕ ਲਗਾ ਕੇ ਤੁਸੀਂ ਇਹ ਸਮਝਦੇ ਕਿ ਜੱਟ ਜਿਹੜਾ ਜਾਂ ਜ਼ਿਮੀਂਦਾਰ ਜਾਂ ਕਿਸਾਨ ਜਿਹੜਾ ਉਹ ਅੱਜ ਵੀ ਇੰਨਾ ਭੋਲਾ ਆ ਕਿ ਜਿਹੜਾ ਕਿ ਘਰੋਂ ਖੇਤ ਤੋਂ ਘਰ ਤੱਕ ਉਹਦਾ ਜ਼ਿਆਦਾ ਸੀਮਤ ਹੋ ਕੇ ਰਹਿੰਦਾ, ਮਿਹਨਤ ਮੁਸ਼ੱਕਤ ਦਿਨ ਰਾਤ ਕਰਨੀ ਪੈਂਦੀ ਹੈ, ਕਿ ਜੇ ਉਹਨੂੰ ਇਸ ਤਰ੍ਹਾਂ ਦੀ ਕੋਈ ਗੱਲ ਕਹੀ ਜਾਵੇ ਤਾਂ ਉਹ ਸ਼ਾਇਦ ਕਈ ਚੀਜ਼ਾਂ ਨੂੰ ਸਮਝਣ। ਅਸਲ ਦੇ ਵਿੱਚ ਉਹ ਆਪਣੀ ਜ਼ਮੀਨ ਨਾਲ ਪਿਆਰ ਕਰਦਾ, ਉਹ ਜ਼ਮੀਨ ਨਾਲ ਜੁੜਿਆ। ਜਦੋਂ ਉਹਨੂੰ ਲੱਗਦਾ ਨਾ ਕਿ ਹੁਣ ਫੋਕੇ ਪਾਣੀ ਵਾਲੀ ਗੱਲ ਤੋਂ ਇਹਨੂੰ ਇਹ ਲੱਗਿਆ ਕਿ ਮੇਰੀ ਜ਼ਮੀਨ ਤਾਂ ਅਨਾਜ ਉਗਾਉਣਾ ਬੰਦ ਕਰ ਦੇਗੀ, ਮੇਰੀ ਜ਼ਮੀਨ ਤਾਂ ਖਤਰੇ 'ਚ ਪੈ ਗਈ। ਇਹੀ ਖਤਰਾ ਹੁਣ ਜਤਾਇਆ ਜਾ ਰਿਹਾ ਇਸ ਵੇਲੇ, ਇਹੀ ਸ਼ੰਕਾ ਜਤਾਈ ਜਾ ਰਹੀ ਹੈ। ਜਦ ਕਿ ਅਡਾਨੀ ਅੰਬਾਨੀ ਦਾ ਨਾਂ ਤਾਂ ਹੁਣ ਲੈ ਰਹੇ ਆ ਨਾ, ਇਹ ਨਾਂ ਤੇ ਇਦਾਂ ਦੇ ਨਾਵਾਂ ਤੇ ਤਾਨੇ ਤਾਂ ਬਹੁਤ ਵੱਜਦੇ ਰਹੇ ਆ। ਅੱਛਾ, ਪਹਿਲਾਂ ਟਾਟਾ ਬਿਰਲਾ ਸੀ। ਅੱਛਾ, ਕਾਂਗਰਸ ਰਾਜ ਟਾਟਾ ਬਿਰਲਾ ਸੀਗੇ। ਟਾਟਾ ਬਿਰਲਾ ਸੀ। ਅੱਛਾ, ਗਾਂਧੀ ਜੀ ਦੀ ਜਦੋਂ ਹੱਤਿਆ ਹੋਈ ਹੈ, ਅੱਛਾ, ਉਸ ਵੇਲੇ ਉਹ ਬਿਰਲਾ ਭਵਨ 'ਚ ਰਹਿ ਰਹੇ ਸੀ। ਅੱਛਾ, ਉਹ ਬਿਰਲਾ ਜਿਹੜਾ ਘਨਸ਼ਾਮ ਦਾਸ ਬਿਰਲਾ ਸੀ, ਉਹਨੂੰ ਇਸ ਕਰਕੇ ਅੰਗਰੇਜ਼ ਕੰਟਰੈਕਟ ਦਿੰਦੇ ਸੀ ਔਰ ਜ਼ਿਆਦਾ ਮੁਨਾਫੇ ਵਾਲੇ ਕੰਮ ਦਿੰਦੇ ਸੀ, ਕਿਉਂਕਿ ਉਹ ਗਾਂਧੀ ਜੀ ਦੇ ਬਹੁਤ ਨਜ਼ਦੀਕ ਸੀ ਔਰ ਗਾਂਧੀ ਜੀ ਉਹਨਾਂ ਦਿਲ ਦੀ ਗੱਲ ਕਰ ਲੈਂਦੇ ਸੀ। ਅੱਛਾ, ਅੰਗਰੇਜ਼ ਲੋਕ ਉਸ ਆਦਮੀ ਦੇ ਮਾਧਿਅਮ ਨਾਲ ਫੀਡਬੈਕ ਲੈਂਦੇ ਸੀ ਕਿ ਇਸ ਵਿਸ਼ੇ ਦੇ ਉੱਪਰ ਗੱਲ ਛੇੜ ਕੇ ਦੇਖਿਓ ਜੀ ਬਿਰਲਾ ਜੀ, ਗਾਂਧੀ ਜੀ ਕੀ ਪ੍ਰਤੀਕਿਰਿਆ ਦਿੰਦੇ ਆ, ਉਹਨਾਂ ਦਾ ਰਿਐਕਸ਼ਨ ਪਤਾ ਲੱਗੇਗਾ ਸਾਨੂੰ, ਅਸੀਂ ਉਸ ਹਿਸਾਬ ਨਾਲ ਸਕੀਮ ਬਣਾਵਾਂਗੇ ਤਾਂ ਕਿ ਸਾਡੀ ਯੋਜਨਾ ਸਫਲ ਹੋ ਸਕੇ। ਉਹ ਉਸ ਵੇਲੇ ਵੀ ਟਾਟਾ ਬਿਰਲਾ ਦੀ ਗੱਲ ਕੀਤੀ ਜਾਂਦੀ ਸੀ ਔਰ ਕਾਂਗਰਸ ਨਾਲ ਜੋੜਿਆ ਜਾਂਦਾ ਸੀ। ਠੀਕ ਹੈ ਜੀ। ਸੰਜੇ ਗਾਂਧੀ ਦੀ ਜਦੋਂ ਮਰੂਤੀ ਫੈਕਟਰੀ ਬਣੀ ਤਾਂ ਇਹ ਕਿਹਾ ਗਿਆ ਕਿ ਇਹ ਜਿਹੜੀ ਮਰੂਤੀ ਫੈਕਟਰੀ ਦਾ ਨਿਰਮਾਣ ਹੈ, ਇਹ ਇੱਕ ਵਿਅਕਤੀ ਵਾਸਤੇ ਕੀਤਾ ਜਾ ਰਿਹਾ, ਇੱਕ ਮਾਂ ਦੇ ਪੁੱਤਰ ਨੂੰ ਖੁਸ਼ ਕਰਨ ਲਈ ਕੀਤਾ ਜਾ ਰਿਹਾ, ਇਹ ਦੇਸ਼ ਦਾ ਕੋਈ ਭਲਾ ਨਹੀਂ ਕਰੇਗੀ। ਉਹੀ ਮਰੂਤੀ ਦੀ ਅੱਜ ਦੇਖੋ ਕੀ ਆਊਟਪੁੱਟ ਹੈ, ਦੇਸ਼ ਨੂੰ ਕਿਆ ਕੰਟਰੀਬਿਊਸ਼ਨ ਉਹਦੀ। ਉਸ ਤੋਂ ਇਲਾਵਾ ਮੈਂ ਭਰਮ ਭੁਲੇਖਿਆਂ ਦੀ ਗੱਲ ਕਰ ਰਿਹਾ। ਬੋਫੋਰਸ ਤੋਪ ਉੱਤੇ ਵਿਵਾਦ ਹੋਇਆ, ਕਮਿਸ਼ਨ ਲੈ ਲਈ, ਫਲਾਣਾ ਹੋ ਗਿਆ, ਰਾਜੀਵ ਗਾਂਧੀ ਨੂੰ ਬਦਨਾਮ ਕਰਤਾ ਗਿਆ ਪੂਰੀ ਤਰ੍ਹਾਂ ਨਾਲ। ਇਸ ਚੀਜ਼ ਤੇ ਗੱਲ ਕਿਸੇ ਨੇ ਕੀਤੀ ਕਿ ਬੋਫੋਰਸ ਤੋਪ ਜਿਹੜੀ ਲਈ ਗਈ ਹੈ ਉਹਦੀ ਤਾਕਤ ਕੀ ਹੈ, ਔਰ ਉਹਦੀ ਤਾਕਤ ਪਤਾ ਲੱਗੀ ਜਦੋਂ ਕਾਰਗਿਲ ਵਾਰ ਹੋਈ। ਹੁਣ ਤਾਂ ਰਫੇਲ ਤੇ ਵੀ ਆਇਆ ਜੀ ਵਿਵਾਦ, ਤਾਂ ਰਫੇਲ ਦੀ ਵੀ ਤਾਕਤ ਪਤਾ ਲੱਗੀ। ਚਾਈਨਾ ਐਵੇਂ ਨਹੀਂ ਕੰਬਿਆ ਕਰਦਾ। ਸਵਾਲ ਇਹ ਹੁੰਦਾ ਹੈ ਕਿ ਸਾਰੇ ਸਿਆਸੀ ਮੁੱਦੇ ਜਿਹੜੇ ਉਠਾਏ ਜਾਂਦੇ ਆ ਜਨਤਾ ਨੂੰ ਭ੍ਰਮਿਤ ਕਰਨ ਲਈ ਜਾਂ ਜਨਤਾ ਨੂੰ ਉਤੇਜਿਤ ਕਰਨ ਵਾਸਤੇ, ਉਹਨਾਂ ਦੇ ਪਿੱਛੇ ਕੋਈ ਦਮ ਹੋਵੇ ਜ਼ਰੂਰੀ ਨਹੀਂ ਹੈ। ਨਾਰੇ ਦਾਅਵੇ ਹਮੇਸ਼ਾ ਜਿਹੜੇ ਹੈ ਉਹ ਗਰਾਊਂਡ ਰਿਐਲਿਟੀ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੁੰਦਾ। ਹੁਣ ਆਪਾਂ ਗੱਲ ਫਿਰ ਸਿਆਸੀ ਮੁੱਦੇ ਹੁੰਦੇ ਪਰ ਆ ਜੀ ਉੱਥੇ ਹੀ ਕਿ ਉਸ ਟਾਈਮ ਤੇ ਕਾਮਰੇਡਾਂ ਨੇ ਗੱਲ ਕੀਤੀ ਸੀ, ਮੈਨੂੰ ਮਾਸਟਰ ਮੋਹਨ ਲਾਲ ਜੀ ਨੇ ਦੱਸਿਆ। ਉਸ ਤੋਂ ਬਾਅਦ ਮੈਂ ਜਦੋਂ ਫਿਰ ਆਪਣੇ ਤਰੀਕੇ ਨਾਲ ਸੋਚਣਾ ਸ਼ੁਰੂ ਕੀਤਾ ਇਸ ਵਿਸ਼ੇ ਤੇ, ਔਰ ਉਹਨਾਂ ਨੇ ਤਾਂ ਖੈਰ ਸ਼ਰੇਆਮ ਇੰਟਰਵਿਊ ਦੇ ਵਿੱਚ ਕਿਹਾ ਕਿ ਵਾਮਪੰਥੀ ਤਾਕਤਾਂ ਇਹਦੇ ਪਿੱਛੇ ਕੰਮ ਕਰ ਰਹੀਆਂ। ਮੈਂ ਹੁਣ ਦੇਖ ਰਿਹਾ ਕਿ ਲਗਾਤਾਰ ਸਵਾ ਸਾਲ ਤੋਂ ਮੇਰੇ ਕਈ ਲੈਫਟਿਸਟ ਦੋਸਤ, ਵਾਮਪੰਥੀ ਦੋਸਤ ਮਿੱਤਰ ਨੇ, ਪੱਤਰਕਾਰ ਵੀ ਨੇ, ਰਾਈਟਰ ਵੀ ਨੇ, ਔਰ ਉਹ ਪਿਛਲੇ 1 ਸਾਲ ਤੋਂ ਇਸ ਇਸ਼ੂ ਦੇ ਉੱਪਰ ਬਹੁਤ ਗੰਭੀਰਤਾ ਨਾਲ ਔਰ ਬਹੁਤ ਇਨ ਡੈਪਥ ਜਾ ਕੇ ਲਿਖਦੇ ਆ ਰਹੇ ਆ ਕਿ ਕਾਲਾ ਕਾਨੂੰਨ ਆ ਰਿਹਾ ਹੈ, ਕਾਲਾ ਕਾਨੂੰਨ ਆ ਰਿਹਾ ਹੈ, ਕਾਲਾ ਕਾਨੂੰਨ ਆ ਰਿਹਾ ਹੈ, ਮਾਨਸਿਕ ਤੌਰ ਤੇ। ਔਰ ਇਹ ਸਾਰਾ ਕੁਝ ਬਰਨਾਲੇ ਦੇ ਆਸ-ਪਾਸ ਹੀ ਘਟਿਤ ਹੁੰਦਾ ਰਿਹਾ। ਅੱਛਾ, ਔਰ ਬਰਨਾਲਾ ਜਿਹੜਾ ਔਰ ਆਸ-ਪਾਸ ਦਾ ਜਿਹੜਾ ਇਲਾਕਾ ਹੈ ਉਹ ਸਭ ਕਾਮਰੇਡਾਂ ਕਮਿਊਨਿਸਟਾਂ ਦਾ ਗੜ੍ਹ ਹੈ। ਵਿਦਵਾਨ ਚਿੰਤਕ ਜਿੰਨੇ ਵੀ ਨੇ ਉਹਨਾਂ ਦੇ ਵਿੱਚੋਂ 90% ਲੈਫਟਿਸਟ ਨੇ ਸੋਚਦੇ, ਲਿਖਦੇ ਬਹੁਤ ਅੱਛਾ ਨੇ, ਸਾਰਾ ਕੁਝ ਠੀਕ ਹੈ, ਲੇਕਿਨ ਸੋਚ ਲੈਫਟ ਦੀ ਹੈ। ਤੁਸੀਂ ਗੱਲ ਕੀਤੀ ਸੀ ਨਾ ਕਿ ਪਹਿਲਾਂ ਦੀ ਗੱਲ ਜਾਂ ਬਾਅਦ ਦੀ ਗੱਲ, ਜਦੋਂ ਪੰਜਾਬ ਦੇ ਅੱਤਵਾਦ ਆਇਆ ਉਸ ਤੋਂ ਪਹਿਲਾਂ ਮੋਰਚੇ ਲੱਗੇ ਗੁਰਦੁਆਰਿਆਂ ਦੇ ਨਾਂ ਤੇ। ਕੀ ਹੋਇਆ? ਗੁਰਦੁਆਰਾ ਲਹਿਰ ਜੋ ਚੱਲੀ ਸੀ, ਟੌੜਾ ਸਾਹਿਬ ਹਰਜਨ ਸਿੰਘ ਲੌਂਗੋਵਾਲ ਜੀ ਉਹਨਾਂ ਨੇ ਲੀਡ ਕੀਤਾ ਸੀ, ਤੇ ਉਸ ਵੇਲੇ ਟੌੜਾ ਸਾਹਿਬ ਤੇ ਐਲੀਗੇਸ਼ਨ ਲੱਗਦਾ ਸੀ ਕਿ ਇਹ ਕਾਮਰੇਡ ਹੈ। ਕੌਣ ਆਉਂਦਾ ਸੀ ਜੀ? ਸਾਰੇ ਪਾਸੇ ਲੱਗਦਾ ਸੀ। ਅਸਲ 'ਚ ਟੌੜਾ ਸਾਹਿਬ ਕਾਮਰੇਡ ਨਹੀਂ ਸੀ। ਅੱਛਾ, ਉਹਨਾਂ ਦੇ ਸਲਾਹਕਾਰ ਹਰਕਿਸ਼ਨ ਸਿੰਘ ਸੁਰਜੀਤ ਕਾਮਰੇਡ ਸੀ। ਅੱਛਾ, ਔਰ ਦੇਖੋ ਕਿ ਟੌੜਾ ਸਾਹਿਬ ਵਰਗੇ ਵਿਦਵਾਨ ਔਰ ਸਿੱਖੀ ਨਾਲ ਲਬੋ-ਲਬ ਭਰਪੂਰ ਵਿਅਕਤੀ ਜਿਹੜੇ ਸੀ, ਉਹਨਾਂ ਦੀ ਦੋਸਤੀ ਸੀ, ਔਰ ਉਹ ਸੋਚਦੇ ਸੀ ਕਿ ਇਹ ਵਿਦਵਾਨ ਆਦਮੀ ਹੈ, ਇਹ ਕੁਝ ਚੰਗੀ ਸਲਾਹ ਦੇਗਾ। ਲੇਕਿਨ ਉਹ ਸਲਾਹਾਂ ਦੇ ਬਦਲੇ ਕਾਮਰੇਡਾਂ ਦੀਆਂ ਦੋ ਤਰ੍ਹਾਂ ਦੀ ਭੂਮਿਕਾ ਪੰਜਾਬ ਰਹੀਆਂ ਅੱਤਵਾਦ ਦੇ ਦੌਰ। ਇੱਕ ਤਾਂ ਕੁਰਬਾਨੀਆਂ ਦੇਣ ਵਾਲੀ ਰਹੀ ਹੈ, ਔਰ ਪਹਿਲਾਂ ਸਿਆਪਾ ਪਾਉਣ ਵਾਲੀ ਰਹੀ ਹੈ। ਅੱਛਾ, ਇੱਕ ਕਾਮਰੇਡ ਸੁਰਜੀਤ ਜਿਹੜਾ ਜਲੰਧਰ ਤੋਂ ਉੱਠ ਕੇ ਮਾਸਕੋ ਤੱਕ ਗਿਆ, ਇੰਨਾ ਮਾਨ ਸਨਮਾਨ ਮਿਲਿਆ, ਉਹਦੇ ਪਿੱਛੇ ਇੱਕ ਗੱਲ ਤਾਂ ਸਮਝਣ ਵਾਲੀ ਹੈ ਨਾ ਕਿ ਉਹਦੇ ਪਿੱਛੇ ਜੋ ਉਹਦੀ ਸੋਚ ਸੀ, ਉਹਦਾ ਜੋ ਆਪਣੀ ਮਾਨਸਿਕਤਾ ਸੀ, ਅਵਸਥਾ ਸੀ, ਔਰ ਜੋ ਆਪਣੇ ਉਹ ਟੀਚੇ ਦਾ ਪੱਕਾ ਸੀ, ਮਤਲਬ ਰਾਜਨੀਤਿਕ ਗੁਰੂ ਸੀ ਬਹੁਤ ਸਾਰੀਆਂ ਤਰ੍ਹਾਂ ਦਾ।
ਇਸ ਕਰਕੇ ਸਿਆਸਤ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ ਹੂੰ ਕਮਿਊਨਿਸਟਾਂ ਦਾ ਹਮੇਸ਼ਾ ਦਖਲ ਰਿਹਾ ਹੀ ਰਿਹਾ ਵਾ, ਹੂੰ ਕਦੀ ਲੁਕ ਕੇ ਕਦੀ ਸਾਹਮਣੇ। ਤੇ ਹੁਣ ਇਸ ਵੇਲੇ ਜਿਹੜੀ ਆਪਾਂ ਗੱਲ ਕਰਦੇ ਆ ਇਹਨਾਂ ਐਕਟਾਂ ਦੀ ਗੱਲ ਕਰਦੇ ਇਸ ਆ, ਵੇਲੇ ਜਿੰਨੀਆਂ ਵੀ ਇਸ ਆਪਣੀਆਂ ਕਿਸਾਨ ਜਥੇਬੰਦੀਆਂ, ਹੂੰ ਦੇਖੋ ਸੋਚਣ ਵਾਲੀ ਗੱਲ ਹੈ, ਹੂੰ ਕਿਸਾਨ ਜਥੇਬੰਦੀਆਂ ਨੇ ਤੇ ਅਕਾਲੀ ਦਲ ਦਾ ਵੀ ਰਿਕਾਰਡ ਤੋੜਤਾ। ਹੂੰ 31 32 ਤਾਂ ਉਹ ਨੇ ਜਿਹੜੀਆਂ ਆਪਣੇ ਨੂੰ ਮੇਨ ਸਟ੍ਰੀਮ ਦੀਆਂ ਮੰਨ ਕੇ ਚੱਲਦੀਆਂ। ਹੂੰ ਔਰ ਤੁਸੀਂ ਜਾ ਕੇ ਰਾਹ ਦੇਖੋਗੇ, ਹੂੰ। ਅਲੱਗ-ਅਲੱਗ ਟੋਲ ਪਲਾਜ਼ਾਵਾਂ ਤੇ ਦੇਖੋਗੇ, ਹੂੰ। ਤੇ ਉੱਥੇ ਦੇ ਨਾਲ ਦੇ ਪਿੰਡਾਂ ਦੇ ਨਾਂ ਦੇ ਬਣੀਆਂ ਹੋਈਆਂ ਜਥੇਬੰਦੀਆਂ ਹੂੰ। ਘੱਟੋ ਘੱਟ 1000 ਹੋਣੀਆਂ। ਹੂੰ ਇਹ ਰਾਤੋਂ ਰਾਤ ਕਿੱਥੋਂ ਪੁੰਗ ਰਹੀਆਂ ਬਈ? ਹੂੰ ਔਰ ਇੰਨੀਆਂ ਜਥੇਬੰਦੀਆਂ, ਹੂੰ ਇੱਕ ਜਥੇਬੰਦੀ ਹੁੰਦੀ, ਦੋ ਹੁੰਦੀਆਂ, ਹੂੰ 3 ਹੋ ਸਕਦੀਆਂ। ਹੂੰ 31 ਹੂੰ ਰਾਜੇਵਾਲ ਜੀ ਦੀ ਮੈਂ ਇੰਟਰਵਿਊ ਉਦੋਂ ਸੁਣੀ, ਜੀ। ਉਹ ਵੀ ਬੜੇ ਇਸ ਗੱਲ ਤੇ ਖਫਾ ਸੀ ਹਾਂ ਕਿ ਯਾਰ ਅਸੀਂ ਲੋਕਾਂ ਨੇ ਕੰਮ ਕੀਤਾ, ਗਰਾਊਂਡ ਰਿਐਲਿਟੀ ਦੇ ਵਿੱਚ ਕੰਮ ਕੀਤਾ, ਅਸੀਂ ਲੋਕਾਂ ਨੇ ਮਿਹਨਤ ਕੀਤੀ ਹੈ, ਅਸੀਂ ਲੋਕਾਂ ਨੇ ਕਿਸਾਨਾਂ ਦੇ ਮੁੱਦੇ ਆਇਡੈਂਟੀਫਾਈ ਕੀਤੇ, ਹੂੰ। ਲੇਕਿਨ ਇਸ ਵੇਲੇ ਭੀੜ ਐਡੀ ਹੋ ਗਈ ਹੈ, ਅਸੀਂ ਤਾਂ ਹੈਰਾਨ ਹੋ ਗਏ ਹਾਂ ਕਿ ਸਾਨੂੰ ਵੀ ਉਹਨਾਂ ਕੱਤੀਆਂ ਦੇ ਵਿੱਚ ਇੱਕ ਕਰਕੇ ਬਿਠਾਤਾ ਜਾਂਦਾ। ਹੂੰ। ਪਰ ਨਾਲ ਦੀ ਨਾਲ ਉਹਨਾਂ 'ਚ ਹੁਣ ਕਲਾਕਾਰ ਵੀ ਆਏ ਹੋਏ ਆ, ਉਹਦਾ ਕੀ ਕਾਰਨ ਲੱਗਦਾ? ਕਲਾਕਾਰਾਂ ਦੀ ਇੰਨੀ ਜਿਹੜੀ ਸ਼ਮੂਲੀਅਤ ਹੈ ਇਸ ਇਹਦੇ 'ਚ, ਤੁਹਾਨੂੰ ਕੀ ਲੱਗਦਾ ਜਿਹੜੇ ਕਲਾਕਾਰ ਲੋਕ ਨੇ ਸਾਡੇ, ਉਹਨਾਂ ਨੂੰ ਐਕਟ ਦੀ ਬਹੁਤ ਜ਼ਿਆਦਾ ਸਮਝ ਆ ਚੁੱਕੀ ਆ? ਅਸਲ 'ਚ ਜਦੋਂ ਕੋਈ ਸਾਧੂ ਭਜਨ ਕਰਦੇ ਹੁੰਦੇ ਨਾ, ਹੂੰ ਉਦੋਂ ਉਹ ਭਜਨ ਗਾਉਂਦੇ ਆ ਕਿ ਰਾਜਾ ਹੂੰ ਸਾਨੂੰ ਤੇਰੇ ਮਹਿਲਾਂ ਨਾਲ ਕੀ, ਹੂੰ ਅਸੀਂ ਆਪਣੀ ਕੁਟੀਆਂ 'ਚ ਬਹੁਤ ਚੰਗੇ ਹਾਂ। ਅੱਛਾ ਹੂੰ ਪਰ ਕਦੀ ਰਾਜੇ ਨੂੰ ਗਾਉਂਦੇ ਸੁਣਿਆ ਹੂੰ ਕਿ ਉਹ ਸਾਧੂਓ, ਹੂੰ ਮੈਨੂੰ ਤੁਹਾਡੀ ਕੁਟੀਆਂ ਨਾਲ ਕੀ, ਹੂੰ। ਮੈਂ ਆਪਣੇ ਮਹਿਲਾਂ 'ਚ ਚੰਗਾ? ਹੂੰ ਨਹੀਂ, ਨਹੀਂ ਰਾਜਾ ਨਹੀਂ ਗਾਉਂਦਾ। ਸਾਧੂ ਕਿਉਂ ਗਾਉਂਦੇ ਆ? ਹੂੰ ਕਿ ਜਿਹਨੂੰ ਉਹ ਨਫ਼ਰਤ ਦਾ ਨਾਲ ਆਪਣਾ ਨਿਸ਼ਾਨਾ ਬਣਾ ਰਹੇ ਆ, ਜਿਸ ਮਹਿਲ ਨੂੰ ਪਰ ਜਿਸ ਮਹਿਲ ਵਿੱਚ ਜਾਣ ਦੀ ਕਾਮਨਾ ਹੈ ਅੰਦਰ ਪਣਪ ਰਹੀ ਹੈ, ਉਹਨੂੰ ਟਿੰਚ ਕਰਦੇ ਆ, ਹੂੰ। ਅਸਲ 'ਚ ਉੱਥੇ ਜਾਣ ਦੀ ਉਹਨਾਂ ਦੀ ਅੰਦਰਲੀ ਅਭਿਲਾਸ਼ਾ ਹੁੰਦੀ। ਅਭਿਲਾਸ਼ਾ ਹੁੰਦੀ ਹੈ ਜੀ। ਠੀਕ ਹੈ ਜੀ। ਤੇ ਤੁਹਾਨੂੰ ਇਹਦੇ 'ਚ ਕੀ ਅਭਿਲਾਸ਼ਾ ਨਜ਼ਰ ਆ ਰਹੀ? ਕਲਾਕਾਰ ਜਿਹੜੇ ਕਿਸਾਨਾਂ ਦੇ ਹੱਕ 'ਚ ਮਤਲਬ ਕਿਸਾਨ ਬਣਨਾ ਚਾਹੁੰਦੇ ਆ? ਨਹੀਂ ਹਾਂ ਸਿਆਸਤ, ਉਹ ਅਸਲ 'ਚ ਹੰਸਰਾਜ ਹੰਸ ਇੱਕ ਐਸਾ ਚਿਹਰਾ ਹੈ ਅੱਛਾ ਜਿਹੜਾ ਇਸ ਸਾਰੇ ਸਿਲਸਿਲੇ 'ਚ ਉਹਨਾਂ ਨੂੰ ਲੱਗਦਾ ਵਾ ਕਿ ਫਾਇਦਾ ਲੈ ਗਿਆ। ਅੱਛਾ, ਦਿੱਲੀ ਜਾ ਕੇ ਮਤਲਬ ਕਲਾਕਾਰਾਂ ਦਾ ਜਿਹੜਾ ਅਸਲੀ ਦਰਦ ਆ ਉਹ ਹੰਸਰਾਜ ਹੰਸ ਵਿੱਚ ਲੁਕਿਆ ਹੋਇਆ, ਨਾ ਕਿ ਕਿਸਾਨਾਂ ਦੇ ਉਹਦੇ 'ਚ ਲੱਗਦਾ। ਇਸ ਤਰ੍ਹਾਂ ਲੱਗ ਰਿਹਾ। ਉਹ ਦੇਖੋ ਕਿਸਾਨਾਂ ਨਾਲ ਜੁੜ ਕੇ ਗੱਲਾਂ ਕਰਦੇ ਆ ਤੇ ਕੋਈ ਪ੍ਰੋਗਰਾਮ ਵੀ ਚਾਰ ਵਧੀਆ ਮਿਲ ਸਕਦੇ ਆ। ਹਾਂ ਹੁਣ ਤੁਸੀਂ ਦੇਖੋ, ਕੱਲ ਜਾਂ ਪਰਸੋਂ ਮੈਂ ਇੱਕ ਵੀਡੀਓ ਦੇਖੀ ਹੈ, ਹਾਂ ਉਹਦੇ ਵਿੱਚ ਸਰਦੂਲ ਸਿਕੰਦਰ ਵਰਗਾ ਔਰ ਅਮਨ ਨੂਰੀ ਹਾਂ ਦੋਨੇ ਬਹੁਤ ਕਲਾਸੀਕਲ ਕਲਾਕਾਰ ਹੈ। ਹਾਂ ਉਹਨਾਂ ਨੇ ਇਸ ਬਿੱਲ ਦੇ ਵਿਰੋਧ 'ਚ ਬੋਲਿਆ, ਹਾਂ ਅਸੀਂ ਕਿਸਾਨ ਨਾਲ ਖੜੇ ਆ, ਕਿਸਾਨ ਨਾਲ ਖੜੇ ਆ, ਬਹੁਤ ਅੱਛੀ ਗੱਲ ਹੈ। ਹੂੰ ਪਰ ਉਹਨਾਂ ਦੇ ਤਰਕਾਂ ਦੇ ਵਿੱਚ ਹਾਂ ਇੰਨਾ ਕੁਝ ਬੇਤੁਕਾ ਦਿਖਿਆ, ਹੂੰ ਇੰਨਾ ਕੁਝ ਬੇਤੁਕਾ ਦਿਖਿਆ ਹਾਂ ਕਿ ਮੈਂ ਸੋਚ ਕੇ ਹੈਰਾਨ ਸੀ ਕਿ ਸਰਦੂਲ ਵਰਗੇ ਆਦਮੀ ਨੂੰ ਹੂੰ ਜਾਂ ਤਾਂ ਕੋਈ ਥੋੜਾ ਬਹੁਤਾ ਹੋਮਵਰਕ ਕਰਕੇ ਆਉਣਾ ਚਾਹੀਦਾ ਸੀ, ਹੂੰ ਜਾਂ ਕਿਸੇ ਕਾਮਰੇਡ ਦੀ ਚਿੱਲਾਗਿਰੀ ਕਰ ਲੈਂਦਾ ਹੂੰ ਵੀ ਭਾਈ ਤੂੰ ਬੋਲਣਾ ਦੱਸ ਦੇ ਮੈਨੂੰ, ਮੈਂ ਕਿੱਦਾਂ ਬੋਲਣਾ। ਹੂੰ ਉਹ ਜੋ ਬੋਲ ਗਿਆ ਉਹ ਤਾਂ ਸਮਝ ਨਹੀਂ ਆਉਂਦਾ ਕਿ ਉਹਦਾ ਮਕਸਦ ਕੀ ਹੈ। ਸਿੰਘ ਤਾਂ ਉਹਦੇ ਵੀ ਫਸੇ ਹੋਏ ਆ ਜੀ, ਯੋਗਰਾਜ ਸਿੰਘ ਦੇ ਵੀ, ਹੰਸਰਾਜ ਹੰਸ ਦੇ ਨਾਲ। ਬਸ ਯੋਗਰਾਜ ਸਿੰਘ ਹੰਸ ਨੂੰ ਕਹਿੰਦਾ ਗੱਦਾਰ ਹੈ। ਹਾਂ ਅਸਲ ਦੇ ਵਿੱਚ ਕੀ ਹੈ ਹਾਂ ਕਿ ਜਿਹਨੂੰ ਮਿਲ ਗਿਆ ਹਾਂ ਉਹ ਤੋਂ ਸਾਰੇ ਨਫ਼ਰਤ ਕਰਦੇ ਆ। ਹਾਂ ਹੁਣ ਉਹਦੇ ਦੁਆਲੇ ਡਾਂਗਾ ਚੁੱਕੀ ਫਿਰਦੇ ਆ, ਹਾਂ ਉਹਨੂੰ ਫਰਕ ਨਹੀਂ ਪੈਂਦਾ ਹਾਂ ਤੇ ਆਪ ਵੀ ਮੈਦਾਨ 'ਚ ਆ ਉਤਰੇ। ਹੂੰ ਕੁਝ ਕਾਰੋਬਾਰ ਦਾ ਕੰਮ ਹੈ, ਕੁਝ ਜੈਲਸੀ ਹੈ। ਤੇ ਹੁਣ ਸਾਡੇ ਸਵਾਲ ਦਾ ਜਵਾਬ ਵੀ ਜ਼ਰੂਰ ਦੇ ਦਿਓ ਕਿ ਕਿੰਨਾ ਕੁ ਫਾਇਦਾ ਜਿਹੜਾ ਇਹਨਾਂ ਐਕਟਾਂ ਦਾ ਦਿਸਦਾ, ਔਰ ਜੇ ਤੁਹਾਨੂੰ ਲੱਗਦਾ ਕਿ ਕੋਈ ਫਾਇਦਾ ਹੈ ਤੇ ਫਿਰ ਕੇਂਦਰ ਦੀ ਕੀ ਰਣਨੀਤੀ ਰਹੇਗੀ? ਕਿਸਾਨਾਂ ਦਾ ਸੰਘਰਸ਼ ਜਿਹੜਾ ਉਹਦੇ ਕੀ ਹਾਲਾਤ ਬਣਨਗੇ ਉਹ ਥੋੜਾ ਜੇ ਉਹ ਖੂਹ ਸੀ ਨਾ, ਜੇ ਉਹਨੂੰ ਇਹ ਕਹਿੰਦੇ ਖੂਹ ਹੈ, ਦਿੱਲੀ ਵਾਲੇ ਕਾਨੂੰਨ ਤੇ ਖਾਤਾ ਹੈ। ਅੱਛਾ, ਮਤਲਬ ਬਰਾਬਰ ਜਿਹਾ ਕੰਮ, ਬਰਾਬਰ ਦੇ ਕੰਮ ਹੈ। ਅੱਛਾ, ਪਰ ਚਾਹੇ ਉੱਧਰ ਡਿੱਗ ਜਾਓ ਚਾਹੇ ਉੱਧਰ ਡਿੱਗ ਜਾਓ। ਦੇਖੋ ਗੱਲ ਸੁਣੋ, ਕਿਉਂ ਕਹਿ ਰਹੇ ਤੁਸੀਂ ਇਹ? ਮੈਂ ਇਸ ਕਰਕੇ ਕਹਿ ਰਿਹਾ, ਕਦੀ ਤੇ ਇਹ ਤਰਕ ਦਿੰਦੇ ਸੀ ਕਿ ਕਿਸਾਨ ਨੂੰ ਤੁਸੀਂ ਅਦਾਲਤਾਂ ਦੇ ਵਿੱਚ ਖੱਜਲ ਕਰਦੇ ਹੋ, ਕਿਸਾਨ ਨੂੰ ਇਨਸਾਫ ਜਲਦੀ ਦਿਓ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦੇ ਆ ਸੁੱਕ ਗਏ। ਹਾਂ ਠੀਕ ਹੈ ਨਾ। ਜੇ ਕੇਂਦਰ ਸਰਕਾਰ ਨੇ ਬਣਾਏ ਕਾਨੂੰਨ 'ਚ ਇਹ ਪ੍ਰੋਵੀਜ਼ਨ ਕੀਤਾ ਕਿ 90 ਦਿਨ ਦੇ ਟਾਈਮ ਪੀਰੀਅਡ ਦੇ ਵਿੱਚ 3 ਪੜਾਵ ਹੈ, ਐਸਡੀਐਮ ਹੈ, ਕਮਿਸ਼ਨਰ ਹੈ ਔਰ ਸੈਕਟਰੀ ਜਿਹੜਾ ਅਥਾਰਟੀ ਉਸ ਡਿਪਾਰਟਮੈਂਟ ਦਾ ਸੈਕਟਰੀ। ਜੀ ਜੀ, ਇਹ ਤਿੰਨੇ ਇੱਕ ਮਹੀਨੇ ਦਾ ਟਾਈਮ ਲੈ ਸਕਦੇ ਆ। ਇਸ ਤੋਂ ਬਾਅਦ ਸਪੈਲ ਕਿਸੇ ਕੋਲ ਨਹੀਂ ਹੋ ਸਕਦਾ, ਔਰ ਇਹਨਾਂ ਨੂੰ ਆਪਣੀ ਓਪੀਨੀਅਨ ਦੇਣੀ ਪਏਗੀ ਔਰ ਐਜ਼ ਪਰ ਗਾਈਡਲਾਈਨ ਦੇਣੀ ਪਏਗੀ। ਔਰ ਗਾਈਡਲਾਈਨ ਦੇ ਵਿੱਚ ਜਿਹੜੀਆਂ ਚੀਜ਼ਾਂ ਆਉਣੀਆਂ ਵਾ ਉਹ ਉਸ ਕੰਟਰੈਕਟ ਦਾ ਹਿੱਸਾ ਹੋਣੀਆਂ, ਔਰ ਉਹ ਕੰਟਰੈਕਟ ਦੀ ਜਿਹੜੀ ਲੈਂਗੁਏਜ ਹੈ ਉਹ ਇੱਕ ਯੂਨੀਵਰਸਲ ਬਣੀ ਹੋਣੀ ਹੈ, ਜਿਹਦੇ ਵਿੱਚ ਸਿਰਫ ਕਿਸਾਨ ਦਾ ਨਾਮ ਭਰਿਆ ਜਾਣਾ, ਉਹਦਾ ਪਤਾ ਭਰਿਆ ਜਾਣਾ,
ਔਰ ਜਾਂ ਜਿਹਨੇ ਉਹਨਾਂ ਕੰਟੈਕਟ ਕੀਤਾ ਉਹਦਾ ਨਾਮ ਮੈਨੂੰ ਪਤਾ ਭਰਿਆ ਨਾ। ਬਾਕੀ ਟਰਮਸ ਕੰਡੀਸ਼ਨ ਜਿਹੜੀਆਂ ਉਹ ਸਰਕਾਰ ਨੇ ਹੀ ਬਣਾ ਕੇ ਦੇਣੀ। ਮਤਲਬ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਇੱਕ ਫਾਰਮੈਟ ਬਣਿਆ, ਉਸ ਤੋਂ ਬਾਹਰ ਜਾ ਕੇ ਕੋਈ ਟਰਮ ਐਂਡ ਕੰਡੀਸ਼ਨ ਨਹੀਂ ਹੋਣੀ ਔਰ ਉਹਨਾਂ ਉਸੇ ਫਾਰਮੈਟ ਦੇ ਬੇਸ ਤੇ ਇਨਸਾਫ ਮਿਲਣਾ। ਹਾਂ ਠੀਕ ਹੈ। ਇਹਦਾ ਮਤਲਬ ਸਿੱਧੀ ਸਿੱਧੀ ਗੱਲ ਹੈ ਕਿ ਉਹਨਾਂ ਨੇ ਇਹ ਪ੍ਰੋਵੀਜ਼ਨ ਕਰਤੀ ਕਿ ਅਗਰ ਕੋਈ ਧੋਖਾ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਸਾਨ ਨਾਲ ਤੇ ਕਿਸਾਨ ਦੇ ਕੋਲ ਤਾਂ ਪੱਕੀ ਚੀਜ਼ ਹੈ, ਉਹ ਜਾਏਗਾ, ਐਸਡੀਐਮ ਨਹੀਂ ਕਰੇਗਾ ਤੇ ਕਮਿਸ਼ਨਰ ਕਰ ਦੇਗਾ, ਕਮਿਸ਼ਨਰ ਨਹੀਂ ਕਰੇਗਾ ਤੇ ਸੈਕਟਰੀ ਕਰ ਦੇਗਾ, ਲੇਕਿਨ 90 ਦਿਨ ਚ ਪੂਰਾ ਹੋ ਜਾਏਗਾ। ਪਰ ਅਦਾਲਤ ਵਿੱਚ ਤਾਂ ਅੱਛਾ ਉਹਨਾਂ ਨੇ ਕਿਹਾ ਸੀ ਅਦਾਲਤਾਂ ਜਿਹੜੀਆਂ ਨੇ 2.5 2 ਏਕੜ ਜ਼ਮੀਨ ਵਾਲਾ ਜਿਹੜਾ ਮਾਲਕ ਹੈ ਉਹ ਕਿੱਥੇ ਅਦਾਲਤਾਂ ਜਾਂਦਾ ਫਿਰੇਗਾ, ਕਿੱਥੇ ਵਕੀਲਾਂ ਦੇ ਫੀਸ ਦਿੰਦਾ ਫਿਰੇਗਾ। ਉਹਨਾਂ ਦੀ ਸੋਚ ਇਹ ਸੀ। ਕੈਪਟਨ ਸਾਹਿਬ ਨੇ ਜਿਹੜੀ ਲੈ ਕੇ ਆਂਦੀ ਹੈ ਯੋਜਨਾ, ਉਹ 'ਚ ਕਿਹਾ ਕਿ ਤੁਸੀਂ ਅਦਾਲਤ ਜਾ ਸਕਦੇ ਹੋ, ਜਾਓ। ਹੁਣ ਜਿਹੜੇ ਕਾਮਰੇਡੀ ਚੈਨਲ ਇਹਨਾਂ ਨੂੰ ਕਮਾਂਡ ਕਰਦੇ ਆ, ਜਿਹੜੇ ਬੈਠੇ ਲੰਡਨ ਕੈਨੇਡਾ ਹੈ, ਟਾਈ ਲਾਈ ਹੋਈ ਹੈ ਔਰ ਉੱਥੇ ਬੈਠਾ ਬੈਠੇ ਆਪਣੇ ਮਨ 'ਚ ਗੱਲਾਂ ਨਾਲ ਇਹਨਾਂ ਪੱਠਿਆਂ ਦੀਆਂ ਪੰਡਾਂ ਬੰਨ ਰਿਹਾ ਹੈ। ਕਦੀ ਉਹ ਗੱਡੇ ਤੇ ਬੈਠਾ ਝੂਟੇ ਲੈ ਰਿਹਾ ਤਾਂ ਕਿ ਐਸੀ ਭਾਸ਼ਾ ਦੇ ਨਾਲ ਉਹ ਕਿਸਾਨ ਨੂੰ ਕਮਿਊਨੀਕੇਟ ਸਿੱਧਾ ਕਰੇ ਔਰ ਦੱਸੇ, ਹੁਣ ਲੱਗੇ ਵੀ ਕਿ ਆਪਣਾ ਪਿੰਡੂ ਬੰਦਾ ਹੀ, ਮੇਰਾ ਪਿੰਡੂ ਹੀ ਬੰਦਾ ਹੈ। ਉਸ ਬੰਦੇ ਨੇ ਤੇ ਹੱਦ ਲਾਈ ਪਈ ਹੈ ਜੀ। ਉਹ ਕਿਸੇ ਪਾਸੇ ਨਹੀਂ ਜਾਣ ਦਿੰਦਾ, ਉਹ ਐਸੀ ਚੁਆਤੀ ਲਾਉਂਦਾ ਹੈ ਬਈ ਅੱਜ ਕੱਲ ਕੁਛ ਕਹਿੰਦਾ, ਕੱਲ ਨੂੰ ਕੁਛ ਕਹਿੰਦਾ, ਪਰਸੋਂ ਉਹ ਫਿਰ ਦੋਨਾਂ ਨੂੰ ਉਲਝਾ ਦਿੰਦਾ ਹੈ। ਉਹ ਗੱਲ ਨੂੰ ਕਿਸੇ ਤੰਦ ਪੱਤਨ ਲੱਗ ਨਹੀਂ ਦਿੰਦਾ। ਅੱਛਾ, ਇਹ ਉਹ ਚੈਨਲ ਉਹਨਾਂ ਦਾ ਜਿਹੜਾ ਹੈ, ਉਹਨਾਂ ਦੇ ਵਿੱਚ ਵੀ ਤੁਸੀਂ ਜਦੋਂ ਸੁਣੋਗੇ ਨਾ ਤੇ ਉਹ ਤੁਹਾਨੂੰ ਉਹਨਾਂ ਦਾ ਸਾਰਾ ਦਰਦ व्यथा ਨਜ਼ਰ ਆ ਜਾਏਗੀ। ਔਰ ਅੱਜ ਉਹ ਫਿਰ ਉਹੀ ਗੱਲ ਕਹਿੰਦੇ ਪਏ ਆ ਕਿ ਕਿਸਾਨ ਦੱਸੋ ਜੀ ਹਾਈ ਕੋਰਟ ਦੇ ਐਡੇ ਜੇਬਿਆਂ ਵਾਲੇ ਜਿਹੜੇ ਵਕੀਲ ਹੈ ਉਹਨਾਂ ਦੀ ਫੀਸ ਕਿੱਥੋਂ ਦਊਗਾ। ਤੇ ਭਾਈ ਸਾਹਿਬ ਜੇ ਕੇਂਦਰ ਸਰਕਾਰ ਨੇ ਪ੍ਰੋਵੀਜ਼ਨ ਹੀ ਕਰਤਾ ਸੀ ਕਿ ਕੇਂਦਰ ਵੀ ਕੋਰਟ ਦੇ ਵਿੱਚ ਅਗਰ ਕੋਰਟ 'ਚ ਕਿਸਾਨ ਜਾ ਸਕਦਾ ਤੇ ਵਪਾਰੀ ਕੋ ਵੀ ਰਾਈਟ ਬਣ ਜਾਂਦਾ ਕਿ ਉਹ ਵੀ ਚਲਾ ਜਾਏ, ਉਹ ਵੀ ਜਾ ਸਕਦਾ ਜੀ, ਉਹ ਵੀ ਜਾ ਸਕਦਾ। ਗੱਲਾਂ ਇਹ ਪ੍ਰੋਵੀਜ਼ਨ ਕਰਕੇ ਤਾਂ ਤੁਸੀਂ ਕਿਸਾਨ ਨੂੰ ਨਹੀਂ ਵਪਾਰੀ ਨੂੰ ਹੀ ਮੌਕਾ ਦਿੱਤਾ। ਉਸ ਪਹਿਲੇ ਵਾਲੇ ਐਕਟ ਵਿੱਚ ਨਾ ਵਪਾਰੀ ਨੂੰ ਨਾ ਕਿਸਾਨ ਨੂੰ ਹੈ 90 ਦਿਨ 'ਚ ਮਸਲਾ ਹੱਲ ਹੋਣਾ ਹੈ। ਜੇ ਕਿਸਾਨ ਦੀ ਗਲਤੀ ਨਿਕਲਦੀ ਹੈ ਉਹਨੂੰ ਕੋਈ ਜੁਰਮਾਨਾ ਨਹੀਂ ਹੈ, ਔਰ ਜੇ ਕਿਸਾਨ ਦੀ ਗਲਤੀ ਨਹੀਂ ਨਿਕਲਦੀ ਦੂਜੇ ਦੀ ਨਿਕਲਦੀ ਹੈ ਤਾਂ ਉਹਨੂੰ 1.5 ਕਰੋੜ ਜੁਰਮਾਨਾ। ਦੱਸੋ ਇਸ ਤੋਂ ਪਰ ਅਦਾਲਤ ਵਿੱਚ ਤਾਂ ਮੈਨੂੰ ਲੱਗਦਾ ਕਿਸਾਨ ਨੂੰ ਵੀ ਜੁਰਮਾਨਾ ਸਜ਼ਾ ਹੋ ਸਕਦੀ। ਫਿਰ ਅਦਾਲਤ ਵਿੱਚ ਫਿਰ ਉਹੀ ਐਕਟ ਲੱਗਣਗੇ ਜਿਹੜੇ ਅਦਾਲਤ ਦੇ ਹਿਸਾਬ ਨਾਲ ਚੱਲਣਗੇ। ਇਹ ਤਾਂ ਫਿਰ ਲੱਗਦਾ ਵੀ ਤੰਦ ਨੂੰ ਲੱਗਦਾ ਸੁਧਰਦੀ ਨਹੀਂ ਲੱਗਦਾ। ਉਹੀ ਕਹਿਣਾ ਕਿ ਜਨਾਬ ਗੱਲ ਇਹ ਹੈ, ਇੱਦਾਂ ਦੇ ਜਿਹੜੇ ਮਸਲੇ ਹੁੰਦੇ ਨਾ ਉਹਨਾਂ ਦੇ ਉੱਪਰ ਕਾਨੂੰਨ ਬਣਾਉਣ ਦੇ ਟਾਈਮ ਤੇ ਬਹੁਤ ਸੋਚ ਸਮਝਣ ਲਈ, ਬਹੁਤ ਚਿੰਤਨ ਕਰਨ ਲਈ ਸਮਝ ਆਈਦਾ ਹੁੰਦਾ। ਇੱਥੇ ਤਾਂ ਮੈਂ ਇਦਾਂ ਕੀਤਾ ਜਿੱਦਾਂ ਪਰੌਂਠੇ ਤਲਨੇ ਹੁੰਦੇ ਆ, ਐਕਟ ਨਹੀਂ ਬਣਾਉਣੇ ਹੁੰਦੇ, ਜਿੱਦਾਂ ਪਕੌੜੇ ਤਲਨੇ ਹੁੰਦੇ ਆ। ਇਹੀ ਤਾਂ ਲਾਂਭਾ ਸੀਗਾ ਕਿ ਜੀ ਕਿਸਾਨਾਂ ਨਾਲ ਸਲਾਹ ਨਹੀਂ ਕੀਤੀ ਤੇ ਕੈਪਟਨ ਸਾਹਿਬ ਨੇ ਵੀ ਸਲਾਹ ਤਾਂ ਕਿਸੇ ਨਾਲ ਨਹੀਂ ਕੀਤੀ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹੋਰ, ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਡਰਾਮੇਬਾਜ਼ੀ ਹੋਈ ਹੈ ਨਾ ਚੰਡੀਗੜ੍ਹ 'ਚ, ਇਹ ਕਿਸਾਨਾਂ ਦੀ ਵੀ ਗੱਲ ਨਹੀਂ ਉਤਰਨੀ। ਤੇ ਮੰਨ ਲਓ ਜੇ ਕੇਂਦਰ ਨਾਲ ਵੀ ਵਿਗਾੜ ਲਈ, ਕਿਸਾਨ ਮੰਨੇ ਨਾ, ਉੱਥੇ ਬੈਠੇ ਰਹਿ ਗਏ ਤੇ ਕੈਪਟਨ ਸਾਹਿਬ ਕੀ ਮੂੰਹ ਲੈ ਕੇ ਇਹਦੇ 'ਚ ਗੱਲ ਪਰਚੇਜ਼ ਦੀ ਵੀ ਆਈ ਸੀ ਜੀ। ਤੇ ਇਹ ਵੀ ਗੱਲ ਹੋਈ ਸੀ ਵੀ ਕੈਪਟਨ ਸਾਹਿਬ ਨੂੰ ਕਿਹਾ ਤੁਸੀਂ ਇੰਸ਼ੋਰੈਂਸ ਦਿਓ, ਜੇ ਨਹੀਂ ਕੇਂਦਰੀ ਏਜੰਸੀਆਂ ਖਰੀਦਾਂ ਤੁਸੀਂ ਖਰੀਦੋਗੇ। ਦੇਖੋ ਗੱਲ ਇੱਦਾਂ ਹੈ ਕਿ ਗੱਲ ਤਾਂ ਇਹ ਹੈ ਕਿ ਸਿਸਟਮ ਨੂੰ ਨਹੀਂ ਕੋਈ ਸਮਝਾਉਣ ਦੀ ਕੋਸ਼ਿਸ਼ ਕਰਦਾ। ਨਹੀਂ ਪਰ ਹੱਥ ਖੜੇ ਕਰਤੇ ਕੈਪਟਨ ਸਾਹਿਬ ਨੇ। ਹੱਥ ਕਿਉਂ ਨਹੀਂ ਖੜੇ ਕਰੇ? ਜੇ ਹੁਣ ਖਰੀਦਣੇ ਕੇਂਦਰ ਨੇ ਆ ਤੇ ਇਹਨਾਂ ਨੇ ਪੰਡਤ ਜੀ ਜੇ ਖਰੀਦਣੀ ਹੀ ਉਹਨੇ ਆ, ਏਜੰਸੀਆਂ ਪਹਿਲਾਂ ਹੀ ਖਰੀਦੀਆਂ, MSP ਹੈਗੀ ਹੈ ਕੇਂਦਰ ਦੇ ਉੱਤੇ, ਜਾਂ ਕੇਂਦਰ ਦਾ ਹੀ ਬਜਟ ਆ, ਕੇਂਦਰ ਦਾ ਸਭ ਕੁਝ ਆ। ਤੇ ਪੰਜਾਬ ਸਰਕਾਰ ਅਗਰ ਇਹ ਲਾ ਦਿੰਦੀ ਹੈ, ਜਿਹੜਾ ਮੈਂ ਪਹਿਲਾਂ ਤੋਂ ਸਵਾਲ ਤੁਹਾਨੂੰ ਕਰਦਾ ਆ ਰਿਹਾ ਕਿ ਜਿਹੜੀ ਪੰਜਾਬ ਸਰਕਾਰ ਨੇ ਲਾਤੀ ਆਪਸ਼ਨ ਕਿ ਜਿੰਨਾ ਰੇਟ ਆ ਉਸ ਤੋਂ 1 ਰੁਪਈਆ ਵੀ ਘੱਟ ਦੇ ਉੱਤੇ ਵਪਾਰੀ ਜਾਂ ਕੋਈ ਵੀ ਨਹੀਂ ਖਰੀਦ ਪਾਏਗਾ। ਅਗਰ ਉਹ ਹੁਣ ਉੱਥੇ ਜਿਹੜੀ ਫਸਲ ਹੈ ਇੱਕੋ ਜਿਹੀ ਤਾਂ ਆਉਂਦੀ ਨਹੀਂ, ਸਾਰੀ ਫਸਲ ਜਿਹੜੀ ਆ ਵਧੀਆ ਸ਼ੁੱਧ ਕੁਆਲਿਟੀ ਦੇ ਹੋਵੇ ਤਾਂ ਹੁੰਦੀ ਨਹੀਂ। ਉਹਦੇ ਵਿੱਚ ਕਈ ਤਰ੍ਹਾਂ ਦੀ ਕੁਆਲਿਟੀਆਂ ਦੀ, ਕਿਤੇ ਕੋਈ ਸਿੱਲੀ ਆ ਗਈ, ਕੋਈ ਕਿਤੇ ਕੋਈ ਕਾਲਖ ਫਿਰ ਗਈ, ਕੋਈ ਸਮੱਸਿਆ ਆ ਗਈ। ਤੇ ਤੁਹਾਨੂੰ ਕੀ ਲੱਗਦਾ ਵੀ ਉਹ ਜਿਹੜੀ ਫਸਲ ਆ ਜਿਹੜੀ 2 ਨੰਬਰ ਦੀ ਆ ਜਾਂ ਸੈਕੰਡ ਕਲਾਸ ਦੀ ਆ, ਕੀ ਲੱਗਦਾ ਉਹ ਕਿੱਥੇ ਵਿਕ ਪਾਏਗੀ? ਫਿਰ ਕੌਣ ਖਰੀਦੇਗਾ? ਗੱਲ ਇੱਦਾਂ ਹੈ ਕਿ ਤੁਸੀਂ ਆਪ ਹੀ ਦੱਸ ਦਿੱਤਾ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈ ਨਾ, ਇਹਦੇ ਵਿੱਚ ਇੱਕ ਹੋਰ ਘਚੋਲਾ ਹੈ। ਅੱਛਾ, 23 ਆਈਟਮਾਂ ਨੇ ਜਿਨ੍ਹਾਂ ਦੇ ਉੱਪਰ MSP ਲਾਗੂ ਹੈ, ਲੇਕਿਨ ਇਹ ਨਵਾਂ ਕਾਨੂੰਨ ਜਿਹੜਾ ਲੈ ਕੇ ਆਏ ਨੇ ਉਹ ਸਿਰਫ ਚੌਲ ਔਰ ਕਣਕ ਨੂੰ ਹੀ ਪ੍ਰੋਟੈਕਸ਼ਨ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਜਿਹੜਾ ਜੀ, ਬਾਕੀ ਹੈ ਨਹੀਂ ਉਹਦੇ ਵਿੱਚ। ਅੱਛਾ, ਤੇ ਪਰ ਪਹਿਲਾਂ ਤਾਂ ਰੌਲਾ ਪਾਇਆ ਏਜੰਸੀਆਂ ਤਾਂ ਅੱਜ ਤੱਕ ਇਹਨਾਂ ਨੇ ਕਰੋੜਾਂ ਅਰਬਾਂ ਰੁਪਏ ਦੇ ਬਜਟ ਰੱਖੇ ਹੋਏ ਆ, ਜਿਹੜੇ ਕਿਸਾਨਾਂ ਨੂੰ ਜਾ ਕੇ ਸਮਝਾ ਰਹੇ ਵੀ ਜੀ ਤੁਸੀਂ ਖੇਤੀ ਵਿਭਿੰਨਤਾ ਤੇ ਆਓ, ਵੰਨ ਸੁਵੰਨਤਾ ਅਪਣਾਓ, ਵੱਖ-ਵੱਖ ਫਸਲਾਂ ਬੀਜੋ, ਝੋਨੇ ਔਰ ਕਣਕ ਦੇ ਜਿਹੜੇ ਫਸਲੀ ਚੱਕਰ 'ਚੋਂ ਬਾਹਰ ਨਿਕਲੋ। ਤੇ ਤੁਹਾਨੂੰ ਨਹੀਂ ਲੱਗਦਾ ਕਿ ਉਸ ਫਸਲੀ ਚੱਕਰ ਨੂੰ ਪੱਕੇ ਕਰਨ ਵਾਲੀਆਂ ਗੱਲਾਂ? ਮੈਨੂੰ ਲੱਗਦਾ ਜਿਹਨਾਂ ਨੇ ਗੰਨੇ ਬੀਜੇ ਉਹ ਵੀ ਇੱਧਰ ਆ ਜਾਣਗੇ। ਅੱਛਾ, ਕਿਉਂਕਿ ਕਾਨੂੰਨ ਇੱਦਾਂ ਦਾ ਬਣਾਤਾ। ਹਾਂ, ਦੇਖੋ ਗੱਲ ਇਹ ਸਿਰਫ ਚੌਲ ਔਰ ਕਣਕ ਹੀ ਜਾਨੀ ਨਾ ਚਾਹੀਦੀ, ਕਿੱਥੇ ਜਾਏਗਾ? ਸਬਜ਼ੀ ਵੀ ਤਾਂ ਚਾਹੀਦੀ ਹੈ। ਕੀ ਬਣੇਗਾ? ਅਚਾਰ ਵੀ ਤਾਂ ਚਾਹੀਦਾ, ਪਿਆਜ਼ ਵੀ ਤਾਂ ਚਾਹੀਦਾ। ਕਿਸਾਨ ਨੂੰ ਸਮਝਾਉਣ ਵਾਲਾ
ਕਿਸਾਨ ਨਾਲ ਜਾ ਕੇ ਰਾਬਤਾ ਕਾਇਮ ਕਰਨ ਵਾਲਾ, ਉਹਦੇ ਨਾਲ ਗੱਲਬਾਤ ਕਰਨ ਵਾਲਾ, ਉਹਦਾ ਦੁੱਖ ਦਰਦ ਸੁਣਨ ਵਾਲਾ, ਜਿਹੜੀ ਉਹਦੀ ਤਕਲੀਫ ਹੈ ਸਹੀ ਤਕਲੀਫ ਹੈ, ਕਿਉਂਕਿ ਜਿਹੜਾ ਉਹਨੂੰ ਧੋਖਾ ਹੁੰਦਾ, ਧੋਖਾ ਦਾ ਅੱਜ ਵੀ ਹੁੰਦਾ ਆ। ਇਹ ਤਾਂ ਨਹੀਂ ਮੈਂ ਪਹਿਲਾਂ ਨਹੀਂ ਸੀ। ਮੈਂ ਤਾਂ ਤੁਸੀਂ ਵੀ ਕਿਸਾਨ, ਉਹ ਕੌਣ ਆ? ਤੁਸੀਂ ਕਿਸਾਨ ਬੈਕਗ੍ਰਾਉਂਡ ਹੋ, ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜਦੋਂ ਤੁਸੀਂ ਫਸਲ ਵੇਚਣ ਜਾਂਦੇ ਹੋ, ਉਸ ਵੇਲੇ ਫਸਲ ਦੇ ਵਿੱਚ ਜਦੋਂ ਮਾੜੀ ਮੋਟੀ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਗਿੱਲੀ ਹੈ, ਕੋਈ ਹਲਕੀ ਹੈ, ਕਾਲੀ ਹੈ, ਤੁਸੀਂ ਮਾੜਾ ਮੋਟਾ ਕੰਪਰੋਮਾਈਜ਼ ਕਰਦੇ ਹੋ ਨਾ? ਹਾਂ ਬਿਲਕੁਲ ਜੀ। 50 ਰੁਪਏ ਕਹਿੰਦੇ ਵੱਟਾ ਲਾ ਲਓ, 50 ਰੁਪਏ 100 ਰੁਪਏ ਦਾ ਵੱਟਾ ਲਾਇਆ ਜਾਂ ਚੱਲ ਚਲਾ ਦਿਓ। ਹਾਂ, ਇਹ ਵੱਖਰੀ ਗੱਲ ਹੈ ਕਿ ਉਹ 100 ਰੁਪਏ ਘੱਟ ਲੱਗੀ, 200 ਰੁਪਏ ਘੱਟ ਲੱਗੀ, ਅੱਗੇ ਸਰਕਾਰ ਵਾਲੇ ਜਿਹੜੀ ਖਰੀਦਣ ਵਾਲੀ ਏਜੰਸੀਆਂ ਵਾ ਉਹਨਾਂ ਦੀ ਤੇ ਮੰਡੀ ਵਾਲੇ ਦੀ ਸਾਂਝ ਗਾਂਝ ਹੈ, ਇਹ 'ਚ ਕੋਈ ਇਨਕਾਰ ਨਹੀਂ ਕਰਦੇ। ਲੇਕਿਨ ਕਿਸਾਨ ਦਾ ਮਾਲ ਤਾਂ ਵਿਕਦਾ। ਪਰ ਹੁਣ ਸਜ਼ਾ ਕਰਤੀ ਜੀ ਹੁਣ ਅਗਰ ਸਜ਼ਾ ਦੇ ਪ੍ਰੋਵੀਜ਼ਨ ਕਰਤਾ ਹੈ ਤੇ ਕੌਣ ਲਏਗਾ ਜੀ ਉਹ? ਤੇ ਫਿਰ ਕੀ ਬਣੂਗਾ? ਕੱਲ ਨੂੰ 3 MSP ਰੇਟ ਬਣਾਉਣੇ ਪੈਣਗੇ ਇਹਨਾਂ ਨੂੰ। ਕੀ ਹੱਲ ਹੈ ਜੀ ਫਿਰ ਪੰਡਿਤ ਜੀ? ਕੀ ਹੱਲ ਨਜ਼ਰ ਆ ਰਿਹਾ? ਨਾ ਦਾ ਪੰਜਾਬ ਸਰਕਾਰ ਜਿਹੜੀ ਇਹਨਾਂ ਨੂੰ MSP ਦੇ ਵੀ 3 ਸਲੈਬ ਬਣਾਉਣੇ ਪੈਣੇ ਆ ਵੀ ਜੇ ਕਾਲੀ ਹੈ ਤੇ ਇੰਨੀ ਹੈ, ਜੇ ਹਲਕੀ ਹੈ ਤੇ ਇੰਨੀ ਹੈ, ਜੇ ਲਾਲ ਹੈ ਤੇ ਇੰਨੀ ਹੈ, ਜੇ ਗਿੱਲੀ ਹੈ ਤੇ ਇੰਨੀ ਹੈ। ਮਤਲਬ ਹਲੇ ਜਿਹੜੀ ਬੇੜੀ ਆ MSP ਵਾਲੀ, ਕਿਸਾਨ ਸੰਘਰਸ਼ ਵਾਲੀ ਔਰ ਕਿਸਾਨੀ ਦੇ ਜਿਹੜੇ ਐਕਟਾਂ ਵਾਲੀ, ਉਹ ਕਿਸੇ ਤੜ ਪੱਤਣ ਲੱਗਦੀ ਨਜ਼ਰ ਨਹੀਂ ਆ ਰਹੀ। ਦੇਖੋ ਜੀ ਗੱਲ ਇਹ ਹੈ ਕਿ ਤੁਸੀਂ ਇੱਕ ਚੀਜ਼ ਬਣਾ ਲਈ ਹੈ, ਤੁਸੀਂ ਉਹਦੇ ਬਰਾਬਰ ਉਹ ਚੀਜ਼ ਨੂੰ ਬਣਾਉਣ ਵਾਸਤੇ ਕਈ ਕਮਿਸ਼ਨਾਂ ਦੀਆਂ ਰਿਪੋਰਟਾਂ, ਸਵਾਮੀਨਾਥਨ ਕਮਿਸ਼ਨ ਵਰਗੇ ਬਹੁਤ ਕਮਿਸ਼ਨ ਹੋਏ, ਬਹੁਤ ਸਾਰੀਆਂ ਰਿਪੋਰਟਾਂ ਦੀ ਸਟੱਡੀ ਤੋਂ ਬਾਅਦ ਇੱਕ ਚੀਜ਼ ਕੱਢੀ ਗਈ, ਉੱਤੇ ਚਰਚਾ ਹੋਇਆ, ਉਹਦੇ ਲੀਗੈਲਿਟੀਜ਼ ਨੂੰ ਡਿਸਕਸ ਕੀਤਾ ਗਿਆ, ਉਹਦੇ ਐਸਪੈਕਟਸ ਨੂੰ ਡਿਸਕਸ ਕੀਤਾ ਗਿਆ, ਉਹਦਾ ਸੋਸ਼ਲੀ ਕੀ ਇੰਪੈਕਟ ਹੋਏਗਾ, ਉਹਦਾ ਇਕਨੋਮਿਕਲੀ ਕੀ ਇੰਪੈਕਟ ਹੋਏਗਾ, ਉਹਦਾ ਸਮਾਜ ਦੇ ਉੱਪਰ ਕੀ ਇੰਪੈਕਟ ਹੋਏਗਾ, ਉਹਦਾ ਕਿਸਾਨ ਤੇ ਕੀ ਇੰਪੈਕਟ ਹੋਏਗਾ, ਉਹਦਾ ਉਪਭੋਗਤਾ ਤੇ ਕੀ ਇੰਪੈਕਟ ਹੋਏਗਾ, ਖਾਣ ਵਾਲਾ ਵੀ ਤਾਂ ਦੇਸ਼ ਦਾ ਵਾਸੀ ਹੈ ਨਾ। ਇਹ ਸਾਰਾ ਕੁਝ ਸੋਚ ਕੇ ਇਹ ਚੀਜ਼ਾਂ ਤਿਆਰ ਕੀਤੀਆਂ ਗਈਆਂ। ਪਰ ਹੁਣ ਕਿਸਾਨਾਂ ਵਿੱਚ ਇਹ ਗੱਲ ਹੋ ਰਹੀ ਹੈ ਸਵਾਮੀਨਾਥਨ ਰਿਪੋਰਟ ਸਾਨੂੰ ਨਹੀਂ ਚਾਹੀਦੀ। ਅਖਰ ਮੋਦੀ ਕਹਿੰਦਾ ਜੀ ਅਸੀਂ ਹਰ ਹਾਲਤ ਲਾਗੂ ਕਰਾਂਗੇ, ਜਦੋਂ ਕਿ ਮੈਨੂੰ ਤਾਂ ਲੱਗਦਾ ਦੇਸ਼ ਦੇ ਪੂਰੇ ਦੀ ਮੰਗ ਹੀ ਅਸੀਂ ਲੀਡਰਾਂ ਦੀ ਅਜੇ ਤੱਕ ਮੰਗ ਹੀ ਹੁੰਦੀ ਸੀ ਸਵਾਮੀਨਾਥਨ ਰਿਪੋਰਟ ਲਾਗੂ ਕਰੋ ਜੀ, ਕਿਸਾਨਾਂ ਦੀ ਆਮਦਨ ਵਧਾਓ। ਇਸ ਵੇਲੇ ਤੱਕ ਕਿਸੇ ਨੂੰ ਕੁਝ ਪਤਾ ਨਹੀਂ। ਅਸੀਂ 4 ਟੋਲ ਪਲਾਜ਼ਾ ਤੇ ਰੁਕੇ ਪਠਾਨਕੋਟ ਦੇ ਵੇਲੇ। ਅਸੀਂ ਜਾ ਕੇ ਪੁੱਛਿਆ ਕਿ ਤੁਹਾਨੂੰ ਦੱਸੋ ਕਿ ਪ੍ਰੋਬਲਮ ਕੀ ਹੈ। ਉਹ ਕਹਿੰਦੇ ਜੀ ਮੋਦੀ ਤੇ ਵਿਸ਼ਵਾਸ ਨਹੀਂ ਹੈ। ਮੈਂ ਕਿਹਾ ਜੀ ਫਿਰ ਕਿਤੇ ਵਿਸ਼ਵਾਸ ਹੈ? ਉਹ ਵੀ ਕੋਈ ਨਾਮ ਹੈ ਨਹੀਂ ਉਹਨਾਂ ਦੇ ਕੋਲ। ਅਸਲ ਦੇ ਵਿੱਚ ਸੰਧੂ ਸਾਹਿਬ ਇਹ ਸਾਰੀ ਸਮੱਸਿਆ ਦੀ ਜਿਹੜੀ ਜੜ ਹੈ ਨਾ, ਉਹ ਇਹ ਹੈ ਕਿ ਕਿਸਾਨ ਆਪਣੇ ਨਾਲ ਹੋਏ ਲਗਾਤਾਰ ਧੋਖੇ ਤੋਂ ਬਾਅਦ ਵਿਸ਼ਵਾਸ ਜਿਹੜਾ ਵਾ ਉਹਦਾ ਟੁੱਟ ਚੁੱਕਾ ਹੈ ਔਰ ਬਾਕੀ ਖੇਡ ਕਾਮਰੇਡ ਖੇਡੀ ਜਾਂਦੇ। ਔਰ ਹਾਂ, ਜਿਹੜੀ ਤੁਸੀਂ ਗੱਲ ਕਾਮਰੇਡਾਂ ਦੀ ਗੱਲ ਕੀਤੀ ਹੈ, ਕਾਮਰੇਡਾਂ ਦੀ ਜਿਹੜੀ ਸੋਚ ਹੈ, ਜਿਹੜੀ ਕਿ ਕਦੇ ਕਿਸੇ ਪਾਸੇ ਨੂੰ ਜਾਂਦੀ ਨਜ਼ਰ ਆਉਂਦੀ, ਕਦੇ ਕਿਸੇ ਪਾਸੇ ਨੂੰ ਨਜ਼ਰ ਆਉਂਦੀ, ਔਰ ਜੋ ਹੁਣ ਤੱਕ ਕਿਸਾਨ ਹੋ ਚੁੱਕਾ ਉਹਦੇ ਮੱਦੇਨਜ਼ਰ ਨੂੰ ਵਿਸ਼ਵਾਸ ਤੁਰੰਤ ਹੋ ਗਿਆ ਕਿ ਉਹਦੀ ਜ਼ਮੀਨ ਖੋਈ ਜਾਣੀ ਆ, ਅਡਾਨੀ ਬਾਨੀ ਆ ਕੇ ਕਬਜ਼ਾ ਕਰ ਲੈਣਾ ਤਾਂ ਇਹਨਾਂ ਨੂੰ ਭੱਜਣਾ ਪੈਣਾ। ਗੱਲ ਇਹ ਹੈ ਕਿ 2013 ਤੋਂ ਤੇ ਇਹ ਐਕਟ ਲਾਗੂ ਹੈ ਪੰਜਾਬ ਦੇ ਵਿੱਚ। ਕਿੰਨੀ ਅਡਾਨੀ ਅੰਬਾਨੀ ਜ਼ਮੀਨ ਲੈ ਗਏ। ਹੁਣ ਅੱਜ ਅਸੀਂ ਅਡਾਨੀ ਅੰਬਾਨੀ ਦੀ ਵੀ ਗੱਲ ਕਰ ਲਈਏ, ਚਲੋ ਅੱਜ ਇਹ ਵੀ ਕਰਦੇ ਨਾ ਅੱਜ ਅਡਾਨੀ ਅੰਬਾਨੀ ਦੀ ਵੀ ਗੱਲ ਕਰ ਲਈਏ। ਅਡਾਨੀ ਅੰਬਾਨੀ ਨੇ ਜਾਂ ਟਾਟਾ ਬਿਰਲਾ ਨੇ ਡਾਕੇ ਮਾਰੇ ਦੇਸ਼ ਦੇ ਵਿੱਚ ਕਿ ਬੈਂਕ ਲੁੱਟ ਰਹੇ ਆ। ਕੀ ਕੀਤਾ ਉਹਨਾਂ ਨੇ? ਬਿਜ਼ਨਸ ਕਲਾਸ ਹੈ, ਬਿਜ਼ਨਸ ਕਰਨ ਵਾਲੀ ਲੋਕ ਹੈ। ਜੇ ਵਪਾਰ ਨਹੀਂ ਹੋਏਗਾ, ਫੈਕਟਰੀ ਨਹੀਂ ਹੋਏਗੀ ਤਾਂ ਦੇਸ਼ ਕਿੱਥੇ ਚੱਲੇਗਾ? ਸਿਰਫ ਇਹ ਦੇਖੋ, ਇਹ ਉਹੀ ਮਾਨਸਿਕਤਾ ਹੈ ਜਿਹੜੀ ਅਮੀਰ ਤੋਂ ਔਰ ਉਦਯੋਗਪਤੀ ਤੋਂ ਨਫ਼ਰਤ ਕਰਨਾ ਸਿਖਾਉਂਦੀ ਹੈ। ਉਹ ਹੀ ਕਾਮਰੇਡੀ ਮਾਨਸਿਕਤਾ। ਮਤਲਬ ਉਹ ਖੁਦ ਅਮੀਰ, ਖੁਦ ਉਦਯੋਗਪਤੀ ਬਣਨਾ ਦੇ ਜਿਹੜੇ ਹੱਕ ਵਿੱਚ ਨਹੀਂ ਹੈ, ਉਹ ਸਿਰਫ ਜਿਹੜੇ ਕਾਰਪੋਰੇਟਰ ਨੇ ਸਿਰਫ ਉਹਨਾਂ ਨੂੰ ਖਿੱਦ ਕੇ ਨਿਗਣਾ। ਮੈਂ ਤੁਹਾਨੂੰ ਇੱਕ ਗੱਲ ਦਾ ਸਵਾਲ ਪੁੱਛਦਾ। ਜੀਓ ਦੇ ਆਉਣ ਤੋਂ ਪਹਿਲਾਂ ਤੁਹਾਡਾ ਕਿੰਨਾ ਬਿੱਲ ਆਉਂਦਾ ਹੁੰਦਾ ਸੀ ਅਗਰ ਤੁਸੀਂ 2 GB ਰੋਜ਼ ਦਾ ਯੂਜ਼ ਕਰਦੇ ਸੀ ਇੰਟਰਨੈਟ? ਮਹੀਨੇ ਦੀ ਮੈਨੂੰ ਨਹੀਂ ਲੱਗਦਾ ਮੈਂ 2 GB ਯੂਜ਼ ਕਦੇ ਕੀਤਾ ਹੋਊਗਾ, ਲੇਕਿਨ ਮੈਨੂੰ ਜਿੰਨਾ ਵੀ ਯੂਜ਼ ਕਰਦਾ ਸੀ ਮੈਨੂੰ ਘੱਟ ਤੋਂ ਘੱਟ 1000 ਰੁਪਏ ਦੇ 1200 ਰੁਪਏ ਦੇ ਆਸੇ ਪਾਸੇ ਮੇਰਾ ਆਮ ਬਿੱਲ। ਮੇਰਾ 1500 ਦੇ ਆਸ-ਪਾਸ ਬਿੱਲ ਹੁੰਦਾ ਸੀ ਜੀ। ਠੀਕ ਹੈ ਜੀ। ਮੈਂ ਨਹੀਂ, ਬਿੱਲ ਤੇ ਆਪਾਂ ਬਿਨਾਂ ਸ਼ੱਕ ਸਾਡਾ ਸਾਰਿਆਂ ਦਾ, ਚਾਹੇ ਕੋਈ ਅਸੀਂ ਪਿੰਡਾਂ 'ਚ ਰਹਿੰਦੇ, ਸ਼ਹਿਰਾਂ 'ਚ ਰਹਿੰਦੇ, ਹੁਣ ਹਰ ਇੱਕ ਦੇ ਜੇਬ 'ਚ ਮੋਬਾਈਲ ਹੈ ਤੇ ਹੁਣ ਜਿਹੜਾ ਬਿੱਲ ਆ ਉਹ ਤਾਂ 150-200 ਰੁਪਏ ਦੇ ਆਸੇ ਪਾਸੇ ਰਹੇਗਾ। ਅਗਰ ਜੀਓ ਨੇ ਤਕਨੀਕ ਲੈ ਕੇ ਆ ਕੇ ਨਵੀਂ ਤਕਨੀਕ ਲਿਆਂਦੀ ਔਰ ਉਹਦੇ ਨਾਲ ਤੁਹਾਨੂੰ 1500 ਵਾਲੀ ਚੀਜ਼ 150-200 ਚ ਪ੍ਰੋਵਾਈਡ ਕਰਤੀ, ਕੀ ਗੁਨਾਹ ਕਰ ਲਿਆ? ਤੁਹਾਡੀ ਕਿੱਥੋਂ ਜੇਬ ਕੱਟ ਲਈ? ਪਰ ਉਹਦੇ ਅਮੀਰ ਹੋ ਗਿਆ ਨਾ ਜੀ। ਸਾਨੂੰ ਇਹ ਨਹੀਂ ਉਹ ਜੀ ਗੱਲ ਇਹ ਹੈ ਕਿ ਉਹਨੇ ਦੇਸ਼ ਨੂੰ ਕਿੱਥੋਂ ਲੁੱਟ ਲਿਆ। ਸਵਾਲ ਇਹ ਨਹੀਂ ਹੈ। ਸਵਾਲ ਤੁਸੀਂ ਵੀ ਆਪਣੀਆਂ ਫੈਕਟਰੀਆਂ ਲਗਾਓ। ਤੁਸੀਂ ਕਿਉਂ ਆਪਣਾ ਮਾਲ ਮੰਡੀਆਂ ਛੱਡਦੇ ਹੋ? ਕਿਸਾਨ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਦ ਤੱਕ ਉਹਦੀ MSP ਦਾ ਮੁੱਲ ਉਹਨੂੰ ਤਦ ਤੱਕ ਨਹੀਂ ਪੂਰਾ ਮਿਲ ਸਕਦਾ ਜਦ ਤੱਕ ਉਹਦੇ ਪ੍ਰੋਡਕਟ ਦੇ ਅੱਗੋਂ ਫੈਕਟਰੀਆਂ ਨਹੀਂ ਲੱਗਦੀਆਂ। ਮੱਕੀ ਦੀ ਗੱਲ ਕਰਦੇ ਨਾ, ਰੋਂਦੇ ਆ ਕਿ ਮੱਕੀ ਕੋਈ ਚੱਕਦਾ ਨਹੀਂ। ਅੱਜ 2 ਜਾਂ 4 ਇਹੋ ਜਿਹੀਆਂ ਫੈਕਟਰੀਆਂ ਲਗਾ ਦਿਓ ਜੇ ਤੋਂ ਮੱਕੀ ਤੋਂ ਤਿਆਰ ਚੀਜ਼ਾਂ ਹੁੰਦੀਆਂ ਨੇ
ਨਹੀਂ ਬਿਨਾਂ ਸ਼ੱਕ ਸ਼ਰਮਾ ਜੀ ਉਹ ਤੁਸੀਂ ਸਹੀ ਕਹਿ ਰਹੇ ਹੋ। ਉਹ ਮੱਕੀ ਚੱਕੀ ਜਾਏਗੀ ਉਹ ਉੱਥੇ। ਹੋ ਸਕਦਾ ਚੱਕੀ ਜਾਏਗੀ, ਸਾਰੇ ਪ੍ਰਬੰਧ ਹੈਗੇ ਆ, ਲੇਕਿਨ ਗੱਲ ਜਿਹੜੀ ਪਹਿਲੇ ਤੁਸੀਂ ਗੱਲ ਕਹੀ ਹੈ, ਗੱਲ ਹੈਗੀ ਆ ਕਿ ਬੇਵਿਸ਼ਵਾਸੀ ਪੰਜਾਬੀਆਂ ਦੇ ਮਨਾਂ 'ਚ, ਇਸ ਵੇਲੇ ਇਕੱਲਾ ਕਿਸਾਨ ਨਹੀਂ ਸਮੂਹ ਪੰਜਾਬੀਆਂ ਦੇ ਮਨਾਂ 'ਚ ਪੈਦਾ ਹੋ ਚੁੱਕੀ ਹੈ। ਇਹਦੇ ਵਾਸਤੇ ਜਿਹੜਾ ਬੀਜੇਪੀ ਔਰ ਖਾਸ ਤੌਰ ਤੇ ਨਰਿੰਦਰ ਮੋਦੀ, ਇਹਨਾਂ ਬਾਰੇ ਜੋ ਇੱਥੋਂ ਦਾ ਪ੍ਰਚਾਰ ਤੰਤਰ ਰਹਿੰਦਾ, ਜੋ ਪ੍ਰਚਾਰ ਅਜੇ ਤੱਕ ਕਰਦਾ, ਉਹਨਾਂ ਦੇ ਕੰਮਾਂ ਉੱਤੇ ਜਿਹੜਾ ਨਾ ਉਹ ਵਿਚਾਰ ਕਰਨ ਤੋਂ ਵੀ ਜਿਹੜੀ ਹੈ ਉਹ ਆਮ ਤੌਰ ਤੇ ਜਿਹੜਾ ਪੰਜਾਬੀ ਜਿਹੜੇ ਉਹ ਝਿਜਕਦੇ ਆ। ਦੇਖੋ ਜੀ, ਔਰ ਜੇ ਕੋਈ ਗੱਲ ਕਰਦਾ ਤੁਹਾਡੇ ਵਾਂਗੂ ਜਾਂ ਸਾਡੇ ਵਾਂਗੂ, ਅਗਰ ਕੋਈ ਗੱਲ ਸੱਚ ਦੀ ਕਰਦਾ ਵੀ ਹਾਂ ਥੋੜੀ ਜਿਹੀ ਸੁਣੋ ਉਹਦੀ ਵੀ, ਤੇ ਉਹਨੂੰ ਇਹ ਕਰਾਰ ਦਿੱਤਾ ਜਾਂਦਾ ਜੀ ਇਹ ਤਾਂ ਬੀਜੇਪੀ ਦਾ ਜਾਂ ਆਰਐਸਐਸ ਦਾ, ਉਹਨੂੰ ਕਹਿ ਕੇ ਤਾਂ ਕਿ ਉਹਦੀ ਗੱਲ ਨੂੰ ਕੋਈ ਸੁਣੇ ਨਾ। ਦੇਖੋ ਜੀ, ਇਹ ਤੁਸੀਂ ਗੱਲ ਸਮਝ ਲਓ, ਆਰਐਸਐਸ ਨੂੰ ਕੰਡੈਮ ਕਰਨਾ ਹੈ, ਫਿਰ ਉਦਯੋਗਪਤੀਆਂ ਨੂੰ ਕੰਡੈਮ ਕਰਨਾ, ਉਦਯੋਗ ਨੂੰ ਕੰਡੈਮ ਕਰਨਾ ਹੈ, ਉਦਯੋਗ ਬੰਦ ਕਰਾ ਕੇ ਲੋਕ ਬਹੁਤ ਖੁਸ਼ ਹੁੰਦੇ, ਇਹ ਸਾਰੇ ਕਾਮਰੇਡਸ ਹੈ। ਇਹ ਖੱਬੇ ਪੱਖੀਆਂ ਦਾ ਕੰਮ ਹੀ ਹੈ। ਇਹ ਬੜੇ ਵਿਦਵਾਨ ਬਣਨਗੇ, ਬੜੀਆਂ ਤੁਹਾਨੂੰ ਵੱਡੀਆਂ ਗੱਲਾਂ ਕਰਨਗੇ, ਲੇਕਿਨ ਆਖਿਰਕਾਰ ਜਦੋਂ ਪੱਤੇ ਖੁੱਲਣਗੇ ਤੇ ਇਹ ਦੇਸ਼ ਦੇ ਵਿਕਾਸ ਦੇ ਵਿਰੋਧੀ ਨੇ। ਅੱਜ ਅਗਰ ਇਹ ਜਿਹੜਾ ਸਾਰਾ ਸਿਲਸਿਲਾ ਚੱਲਦਾ ਪਿਆ ਨਾ, ਅੱਜ ਇਹ ਸਿਲਸਿਲੇ ਦਾ ਇਹ ਪਕਸ਼ ਜਿਹੜਾ ਵਾ, ਅਸੀਂ ਇੱਥੇ ਨਹੀਂ ਕੁਝ ਕਹਿੰਦੇ, ਕਿਸਾਨ ਸਾਡੇ ਲਈ ਬਹੁਤ ਆਦਰਨੀ ਹੈ, ਬਹੁਤ ਸਨਮਾਨਨੀ ਹੈ, ਕਿਸਾਨ ਜਿੰਦਾਬਾਦ ਹੈ, ਪਰ ਕਿਸਾਨ ਨੂੰ ਆਪਣਾ ਦੁੱਖ ਦਰਦ ਜਿਹੜਾ ਨਾ ਆਪ ਹੀ ਮਹਿਸੂਸ ਕਰਨਾ ਚਾਹੀਦਾ ਹੈ, ਔਰ ਉਹਨੂੰ ਇੰਨਾ ਲਾਈ ਲੱਗ ਨਹੀਂ ਬਣਨਾ ਚਾਹੀਦਾ, ਆਪਣਾ ਸੋਚਣਾ ਚਾਹੀਦਾ ਕਿ ਮੈਂ ਆਪਣੇ ਇਸ ਜਾਲ ਚੋਂ ਕਿੱਦਾਂ ਨਿਕਲ ਸਕਦਾ। ਇੱਕ ਛੋਟਾ ਜਿਹਾ ਆਦਮੀ, ਇੱਕ ਛੋਟਾ ਜਿਹਾ ਵਿਅਕਤੀ ਅਗਰ ਰਕਸ਼ਾ ਚਲਾਉਂਦਾ ਕਾਰ ਟੈਕਸੀ ਲੈ ਕੇ ਜਾਂ ਉਸ ਤੋਂ ਵੱਡੀ ਵਹੀਕਲ ਦਾ ਮਾਲਕ ਬਣ ਕੇ ਡਰਾਈਵਿੰਗ ਕਰਦਾ ਹੈ, ਤੇ ਉਹਨੇ ਆਪਣੇ ਆਪ ਨੂੰ ਉਸ ਚੱਕਰ ਚੋਂ ਕੱਢਿਆ ਹੈ ਨਾ। ਕਿਸਾਨ ਤਾਂ ਅੰਨਦਾਤਾ ਹੈ, ਕਿਸਾਨ ਨੂੰ ਵੀ ਐਸੇ ਪਾਸੇ ਵਿਚਾਰ ਕਰਨਾ ਚਾਹੀਦਾ ਹੈ ਕਿ ਇਸ ਚੱਕਰ ਚੋਂ ਕਿੱਦਾਂ ਨਿਕਲਣਾ। ਜਿਹੜਾ ਕੱਲ ਦਾ ਬਿੱਲ ਆ ਕੇ ਗਿਆ ਹੈ, ਇਹਨੇ ਧੂੜ 'ਚ ਟੱਟੂ ਰਲਾਤਾ, ਲੱਭਣਾ ਕੱਖ ਨਹੀਂ ਹੈਗਾ, ਕੋਈ ਇਹਦਾ ਓਤ ਪ੍ਰੋਤ ਨਹੀਂ ਹੋਣਾ। ਸਿਆਸਤ ਹੈ, ਸਿਆਸਤ ਅਗਰ ਉਹਨਾਂ ਦੀ ਦਿੱਲੀ ਵਾਲੇ ਦੀ ਚੱਲ ਗਈ ਤਾਂ ਉਹ ਇਹਨਾਂ ਨੂੰ ਨੁਕਰੇ ਲਾ ਕੇ ਰੱਖੀ ਕਰਨਗੇ, ਤੇ 5 ਸਾਲ ਬਾਅਦ ਇਹਨਾਂ ਦਾ ਵੀ ਕੱਖ ਨਹੀਂ ਬਣੇਗਾ। ਤੇ ਜੇ ਉਹਨਾਂ ਨੇ ਗੁੱਸਾ ਖਾ ਕੇ ਕਿਤੇ ਕੈਪਟਨ ਸਰਕਾਰ ਦੀ ਫੂਕ ਕੱਢ ਦਿੱਤੀ ਤਾਂ ਕਾਂਗਰਸ ਬਾਦਸ਼ਾਹ ਖਲੇਰੇਗੀ ਕਿ ਲੋ ਜੀ ਹੋਰ ਬਾਕੀ ਕੋਈ ਖਿਲਾੜੀ ਤਿਆਰ ਨਹੀਂ ਹੈ, ਅਸੀਂ ਮੈਦਾਨ 'ਚ ਨਿਤਰਾਂਗੇ, ਤਾਂ ਫਿਰ ਲੋਕਾਂ ਨੂੰ ਆਪਣੇ ਆਪ ਨੂੰ ਸ਼ਹੀਦ ਦੱਸ ਕੇ ਤੇ ਸ਼ਰਮਾ ਜੀ ਤੁਸੀਂ ਬਹੁਤ ਬੇਬਾਕੀ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਆ, ਔਰ ਮੁੱਖ ਦੀ ਗੱਲ ਇਹ 'ਚ ਜਿਹੜੀ ਮੈਨੂੰ ਲੱਗੀ, ਜਿਹੜੀ ਕੰਮ ਦੀ ਗੱਲ ਸਭ ਤੋਂ ਜੋ ਲੱਗੀ, ਬਾਕੀ ਤਾਂ ਸਾਡੇ ਵਿਚਾਰ ਸੀਗੇ ਜੋ ਹਾਲਾਤ ਬਣੇ ਨੇ, ਤੇ ਸਭ ਤੋਂ ਵਧੀਆ ਕੰਮ ਦੀ ਗੱਲ ਲੱਗੀ ਸਾਨੂੰ ਲੱਗਦਾ ਕਿ ਕਿਸਾਨ ਜਿਹੜਾ ਵਰਗ ਆ, ਖਾਸ ਤੌਰ ਤੇ ਨਵੀਂ ਜਿਹੜੀ ਪੜ੍ਹੀ ਲਿਖੀ ਪੀੜ੍ਹੀ ਹੈ, ਜਿਹੜੇ ਸਾਡੇ ਨੌਜਵਾਨ ਨੇ ਕਿਸਾਨੀ ਵਰਗ ਨਾਲ ਸੰਬੰਧਿਤ, ਪਿੰਡਾਂ ਨਾਲ ਸੰਬੰਧਿਤ, ਉਹਨਾਂ ਨੂੰ ਥੋੜ੍ਹੀ ਆਪਣੀ ਸੋਚ ਜਿਹੜੀ ਆ ਉਹ ਵਪਾਰ ਕਰਨੀ ਪਊਗੀ, ਥੋੜ੍ਹੇ ਜਿਹੇ ਉਹਨਾਂ ਨੂੰ ਕਾਰੋਬਾਰੀ ਹੋਣਾ ਪਏਗਾ, ਔਰ ਜਿਹੜੇ ਖੇਤੀ ਆ, ਖੇਤੀ ਨੂੰ ਨਾਲ ਲਾਹੇਵੰਦ ਧੰਦਾ ਬਣਾਉਣ ਵਾਸਤੇ, ਉਹਦਾ ਇੰਡਸਟਰੀ ਲਾਉਣ ਵਾਸਤੇ, ਜਿਹਦੇ ਵਾਸਤੇ ਸਹੂਲਤਾਂ ਨੇ ਬਹੁਤ ਸਾਰੀਆਂ, ਉਹਦੇ ਲਈ ਕੰਮ ਕਰਨਾ ਪਏਗਾ। ਜਿਹੜਾ ਆਮ ਕਿਸਾਨ ਹੈ ਉਹਦੀ ਜਾਗਰੂਕਤਾ ਵਾਸਤੇ ਉਹਨਾਂ ਨੂੰ ਖੁਦ ਇਕੱਠੇ ਹੋਣਾ ਪਏਗਾ, ਖੁਦ ਜਿਹੜਾ ਉਹ ਅੱਗੇ ਵਧਣਾ ਪਏਗਾ, ਤਾਂ ਕਿ ਸਰਕਾਰੀ ਅਧਿਕਾਰੀਆਂ ਨਾਲ ਹੋਰ ਚੀਜ਼ਾਂ ਨਾਲ ਮਿਲ ਕੇ ਕਾਨੂੰਨਾਂ ਬਾਰੇ ਜਾਣਕਾਰੀ ਲੈ ਕੇ ਉਹ ਪਿੰਡ ਵਾਲਿਆਂ ਨੂੰ ਸਮਝਾ ਸਕਣ ਕਿ ਜਿਹੜੀ ਸੱਚਾਈ ਉਹ ਕੀ ਹੈ। ਜੇ ਨਿਹਰਾ ਅਸੀਂ ਸਿਆਸੀ ਪਾਰਟੀਆਂ 'ਤੇ ਰਹਿੰਦੇ ਰਹੇ, ਚਾਹੇ ਕੋਈ ਪਾਰਟੀ ਹੋਵੇ, ਤਾਂ ਮੈਨੂੰ ਨਹੀਂ ਲੱਗਦਾ ਕਿ ਸਾਡਾ ਪੰਜਾਬ ਦਾ, ਪੰਜਾਬੀਆਂ ਦਾ ਜਾਂ ਇਸ ਸਾਡੇ ਦੇਸ਼ ਦਾ ਕਿਸੇ ਵੀ ਤਰੀਕੇ ਨਾਲ ਭਲਾ ਹੋ ਸਕੇਗਾ। ਮੈਂ ਵੀ ਇੱਥੇ ਇੱਕ ਗੱਲ ਐਡ ਕਰਨਾ ਚਾਹੁੰਦਾ, ਕਿਸਾਨ ਜਦ ਤੱਕ ਆਪਣੇ ਪੈਰਾਂ 'ਤੇ ਨਹੀਂ ਖੜਾ ਹੋਏਗਾ, ਉਹਨੂੰ ਹਰ ਕੋਈ ਇਸਤੇਮਾਲ ਕਰੇਗਾ, ਹਰ ਕੋਈ ਇਸਤੇਮਾਲ ਕਰੇਗਾ, ਬਾਰ-ਬਾਰ ਜਾਗਰੂਕ ਹੋਣਾ ਪਏਗਾ। ਔਰ ਇਸ ਉਮੀਦ ਦੇ ਨਾਲ ਅਸੀਂ ਆਪਣਾ ਇੱਥੇ ਪ੍ਰੋਗਰਾਮ ਖਤਮ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਤੁਹਾਨੂੰ ਪ੍ਰੋਗਰਾਮ ਅਗਰ ਪਸੰਦ ਆਏ ਤਾਂ ਸਾਨੂੰ ਥੋੜ੍ਹਾ ਜਿਹਾ ਹੌਸਲਾ ਦਿਓ, ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ। ਬਹੁਤ ਬਹੁਤ ਧੰਨਵਾਦ।